ਦੋਸਤੋ ਦਲਬੀਰ ਸਿੰਘ ਬਰਾੜ ਹਾਜ਼ਰ ਆ ਜੀ ਰੇਡੀਓ ਪੰਜਾਬ ਟੂਡੇ ਤੇ ਤੁਹਾਡੇ ਲਈ ਪ੍ਰੋਗਰਾਮ ਸੱਤ ਪੰਜਾਬੀਆਂ ਦੀ ਲੈ ਕੇ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਸ਼ੁਰੂ ਕਰੀਏ, ਕੁਝ ਵਪਾਰਕ ਸੁਨੇਹੇ ਤੁਹਾਡੀ ਨਜ਼ਰ ਕਰ ਰਹੇ ਹਾਂ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਿਰ ਸੀਨੀਅਰ ਅਟਾਰਨੀ ਐਮੀ ਜੈਲ, ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜੈਲ ਐਂਡ ਜੈਲ ਲਾਅ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜੈਲ ਐਂਡ ਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 7186121188। ਇਹਨਾਂ ਦਾ ਆਫਿਸ ਨੰਬਰ ਹੈ ਜੀ 2126192859। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਵਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 2069415454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ ਤੁਸੀਂ ਟੈਲੀਫੋਨ 'ਤੇ ਗੱਲ ਕਰ ਸਕਦੇ ਹੋ। 253-520-8886 'ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਪਤਾ ਹੈ 24915 104 ਐਵਨਿਊ, ਸਾਊਥ ਈਸਟ, ਕੈਂਟ, ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਦੇ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰੇ ਦਾ ਰੀਫਰੈਸ਼ ਟਰੈਵਲ ਪਲਾਜ਼ਾ ਅਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ। ਫੋਨ ਨੰਬਰ ਹੈ ਜੀ 559-903-4627 ਅਤੇ ਲੋਕੇਸ਼ਨ ਹਾਈਵੇ 99 ਐਗਜ਼ਿਟ 144 ਐਵਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਔਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 253-266-6924। ਜਗਦੇਵ ਸੰਧੂ ਹੋਰਾਂ ਦਾ ਫੋਨ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 2532666924। ਜੀ, ਪ੍ਰੋਗਰਾਮ ਚੱਲ ਰਿਹਾ ਸੱਤ ਪੰਜਾਬੀਆਂ ਦੀ ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਸ਼ਖਸੀਅਤ ਸਾਡੇ ਨਾਲ ਆ ਉਹ ਚਰਚਿਤ ਚਿਹਰਿਆਂ ਦੇ ਵਿੱਚ ਹੈ। ਬਠਿੰਡਾ ਦੇ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਪ੍ਰਧਾਨ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੱਤ ਪੰਜਾਬੀਆਂ ਦੇ ਵਿੱਚ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੱਥ ਦੀ ਯਾਦ ਕੋਈ ਬਿੰਦਰ ਜੀ ਸਾਡੇ ਨਾਲ ਪ੍ਰਧਾਨ ਜੀ ਸਾਂਝੀ ਕਰੋਗੇ ਤਾਂ ਉਹ ਕਿਹੜੀ ਯਾਦ ਆ ਜਿਹੜੀ ਕਿ ਸਾਨੂੰ ਸਾਡੇ ਵਿਰਸੇ ਨਾਲ ਜੋੜਦੀ ਆ, ਸਾਡੇ ਭਰੱਪੇ ਨਾਲ ਜੋੜਦੀ ਆ, ਭਾਈਚਾਰੇ ਨਾਲ ਜੋੜਦੀ ਆ? ਕਿਹੜੀ ਯਾਦ, ਸੱਥ ਦੀ ਯਾਦ ਤੁਹਾਨੂੰ ਜਿਹੜੀ ਹੈ ਉਹ ਇਸ ਪ੍ਰੋਗਰਾਮ 'ਚ ਯਾਦ ਆਈ ਹੈ? ਮੈਂ ਬਹੁਤ ਛੋਟਾ ਹੁੰਦਾ ਸੀ ਜੀ, ਅਤੇ ਮੇਰੇ ਨਾਨਕੇ ਨਾਲ ਪਿੰਡ ਜੱਸੀ ਪੋ ਵਾਲੀ ਬਿਲਕੁਲ 7 ਕਿਲੋਮੀਟਰ ਬਠਿੰਡੇ ਤੋਂ ਹੈ ਜੀ। ਅਤੇ ਛੁੱਟੀਆਂ ਦੇ ਵਿੱਚ ਮੈਂ ਅਕਸਰ ਹੀ ਨਾਨਕੀ ਪਿੰਡ ਜਾਣਾ ਤਾਂ ਉੱਥੇ ਮੇਰੇ ਨਾਨਾ ਜੀ ਵਗੈਰਾ ਸਾਰੇ ਸੱਥਾਂ ਦੇ ਵਿੱਚ ਬਹਿੰਦੇ ਜੀ। ਉੱਥੇ ਮੇਰੇ ਯਾਦ ਹੈ ਜੀ, ਜਦੋਂ ਨਾਨਕੀ ਜਾਂਦੇ ਅਤੇ ਉੱਥੇ ਬੜਾ ਵੱਡਾ ਬੋਹੜ ਹੁੰਦਾ ਸੀਗਾ ਜੀ, ਅਤੇ ਅਸੀਂ ਉਹ ਬੋਹੜ 'ਤੇ ਚੜ੍ਹ ਕੇ ਅਤੇ ਨਾਲ ਇੱਕ ਛੱਪੜ ਹੁੰਦਾ ਸੀ, ਉਹਦੇ ਵਿੱਚ ਛਾਲਾ ਮਾਰ ਕੇ ਨਹਾਉਣਾ ਜੀ। ਅਤੇ ਉੱਥੇ ਫਿਰ ਕਈ ਵਾਰੀ ਨਹਾਉਂਦਿਆਂ ਦੀ ਫਿੱਡਾ ਪਲੇਟ ਹੋ ਜਾਂਦੀ ਸੀਗੀ ਜੀ। ਉਹ ਯਾਦ ਹੀ ਰਹੂਗੀ ਕਿਉਂਕਿ ਉਹਨੇ ਸਾਨੂੰ ਬੜਾ ਕੁਛ ਸਿਖਾਇਆ ਜੀ ਉੱਥੇ। ਜੀ ਬਿਲਕੁਲ, ਸੱਥ ਦੀ ਯਾਦ, ਨਹਾਉਂਦਿਆਂ ਦੇ ਉਹ ਤਸਵੀਰਾਂ ਬਣਨੀਆਂ, ਜ਼ਾਹਿਰ ਜੀ ਗੱਲ ਆ ਕਿ ਸਾਡੇ ਮਨ ਦੇ ਵਿੱਚ ਬੜਾ ਪ੍ਰਭਾਵ ਪਾਉਂਦੀ ਹੈ। ਬਚਪਨ ਦੀਆਂ ਯਾਦਾਂ ਨੇ ਅਤੇ ਨਾਨਕਿਆਂ ਦੇ ਨਾਲ ਯਾਦ ਜੁੜੀ ਹੋਵੇ ਤਾਂ ਬਿਲਕੁਲ ਉਹ ਕਦੇ ਭੁੱਲਦੀ ਨਹੀਂ ਹੈ, ਭੁੱਲ ਯਾਦ ਹੋ ਜਾਂਦੀ ਹੈ। ਰਾਜਵਿੰਦਰ ਜੀ, ਸਕੂਲਿੰਗ, ਕਾਲਜ ਅਤੇ ਐਡਵੋਕੇਟ ਬਣਨ ਤੱਕ ਦਾ ਕੀ ਸਫ਼ਰ ਰਿਹਾ ਤੁਹਾਡਾ? ਮੈਂ ਸਰ 10ਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚੋਂ ਕੀਤੀ। ਉਸ ਤੋਂ ਬਾਅਦ +1 +2 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਅਤੇ BA ਗੌਰਮੈਂਟ ਰਿੰਦਰਾ ਕਾਲਜ ਤੋਂ ਜੀ। ਔਰ ਲਾਅ ਦਾ ਜੋ ਮੈਂ ਕੋਰਸ ਕੀਤਾ ਉਹ ਲਖਨਊ ਯੂਨੀਵਰਸਿਟੀ ਲਖਨਊ ਤੋਂ ਜੀ। ਅਤੇ 1999 ਦੇ ਵਿੱਚ ਮੈਂ ਵਕਾਲਤ ਬਠਿੰਡੇ ਆ ਕੇ ਸ਼ੁਰੂ ਕੀਤੀ ਅਤੇ ਪਰਮਾਤਮਾ ਦਾ ਬੜਾ ਸਾਥ ਰਿਹਾ ਅਤੇ ਬੜਾ ਚੰਗਾ ਮੇਰੇ ਸਕੂਲਿੰਗ ਅਤੇ ਕਾਲਜ ਦਾ ਬੜਾ ਵਧੀਆ ਜਿਹੜਾ ਸੀਗਾ ਉਹ ਪਿਛੋਕੜ ਬੜਾ ਵਧੀਆ ਰਿਹਾ ਅਤੇ ਬੜੀ ਵਧੀਆ ਉਹਦੀ ਯਾਦ ਰਹੀ ਜੀ। ਜੀ, ਸਿਆਸਤ 'ਚ ਕਦੋਂ ਆਏ, ਫਿਰ ਕਿਹੜੇ ਕਿਹੜੇ ਅਹੁਦਿਆਂ 'ਤੇ ਰਹੇ? ਮੈਂ ਸਰ, ਮੇਰੇ ਯਾਦ ਹੈ ਕਿ ਮੈਂ 1986 ਦੇ ਵਿੱਚ 9th ਦੇ ਵਿੱਚ ਸੀਗਾ ਜੀ। ਅਤੇ ਮੇਰੇ ਇੱਕ ਮਿੱਤਰ ਨੇ ਮੈਨੂੰ ਉਸ ਸਮੇਂ ਯੂਥ ਕਾਂਗਰਸ ਜੁਆਇਨ ਕਰਾਈ ਸੀ ਜੀ, ਬਹੁਤ ਛੋਟੀ ਉਮਰ ਦੇ ਵਿੱਚ ਜੀ। ਅਤੇ ਮੈਂ 1986 ਤੋਂ ਲੈ ਕੇ 97 ਤੱਕ ਕਾਂਗਰਸ ਦੇ ਵਿੱਚ ਕੰਮ ਕੀਤਾ
ਸ਼ਹਿਰ ਦਾ ਜਨਰਲ ਸਕੱਤਰ ਤੱਕ ਰਿਹਾ ਯੂਥ ਕਾਂਗਰਸ ਦੇ ਵਿੱਚ ਜੀ। ਜੀ। ਉਸ ਤੋਂ ਬਾਅਦ 97 ਦੇ ਵਿੱਚ ਮੇਰੇ ਮਿੱਤਰ ਨਿਰਪਾਲ ਭੁੱਲਰ ਘੁੰਮਣਾ ਤੋਂ ਉਹ ਮੈਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਮਿਲਾਇਆ ਅਤੇ ਮੈਨੂੰ ਅਕਾਲੀ ਦਲ ਜੁਆਇਨ ਕਰਾਇਆ ਜੀ। 97 ਤੋਂ ਲੈ ਕੇ ਅੱਜ ਤੱਕ ਲਗਾਤਾਰ ਪਿੱਛਾ ਭੌਂ ਕੇ ਨਹੀਂ ਦੇਖਿਆ। ਅਕਾਲੀ ਦਲ ਦੇ ਵਿੱਚ ਮੈਂ ਕਈ ਅਹੁਦਿਆਂ 'ਤੇ ਕੰਮ ਕੀਤਾ। ਸ਼ਹਿਰ ਦਾ ਸੀਨੀਅਰ ਮੀਤ ਪ੍ਰਧਾਨ ਵੀ ਰਿਹਾ ਜੀ ਅਤੇ 2018 ਤੋਂ ਹੁਣ ਸ਼ਹਿਰ ਦਾ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਦੀ ਪਾਰਟੀ ਨੇ ਦਿੱਤੀ ਹੋਈ ਹੈ ਉਹ ਨਿਭਾ ਰਹੇ ਹਾਂ ਜੀ। ਬਿਲਕੁਲ ਦੋਸਤੋ, ਤੁਸੀਂ ਸਾਡੇ ਨਾਲ WhatsApp ਕਾਲ ਦੇ ਜ਼ਰੀਏ ਜਾਂ ਫ਼ੋਨ ਨੰਬਰ ਦੇ ਜ਼ਰੀਏ ਜੁੜ ਸਕਦੇ ਹੋ। ਤੁਹਾਡਾ ਆਪਣਾ ਰੇਡੀਓ ਪੰਜਾਬ ਟੂਡੇ ਦਾ ਨੰਬਰ ਹੈ ਜੀ 92 164 10 666 WhatsApp ਨੰਬਰ ਹੈ 98 149 10 666। ਤੁਸੀਂ ਗੱਲ ਕਰਕੇ ਸਾਡੇ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ। ਕਾਲਸ ਖੁੱਲ੍ਹੀਆਂ ਨੇ ਅਤੇ ਉਡੀਕ ਰਹਿੰਦੀ ਹੈ। ਅਤੇ ਦੂਸਰੀ ਗੱਲ, ਜਦੋਂ ਸਿਆਸਤ ਦੇ ਵਿੱਚ ਪਾਰਟੀ ਬਦਲਦੇ ਆ ਰਾਜਵਿੰਦਰ ਜੀ, ਕਈ ਵਾਰੀ ਸਿਤਾਰੇ ਜਿਹੜੇ ਹੈਗੇ ਆ ਉਹ ਚਮਕ ਜਾਂਦੇ ਆ। ਕਈ ਵਾਰੀ ਜਿਹੜਾ ਹੈਗਾ ਨਵੀਂ ਪਾਰਟੀ 'ਚ ਆਉਣ 'ਤੇ ਅੱਖੋਂ ਪਰੋਖੇ ਵੀ ਕਰ ਦਿੱਤਾ ਜਾਂਦਾ। ਬਸ ਬੰਦਾ ਨਾ ਘਰਦਾ ਰਹਿੰਦਾ ਕਹਿੰਦੇ, ਨਾ ਘਾਟਦਾ ਰਹਿੰਦਾ। ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਵੇਖ? ਨਹੀਂ, ਮੇਰੇ 'ਤੇ ਬੜੀ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ। ਜਿਸ ਸਮੇਂ ਮੈਂ ਪਾਰਟੀ ਬਦਲੀ, ਉਹਦਾ ਬਦਲਣ ਦਾ ਕਾਰਨ ਹੀ ਇਹ ਸੀਗਾ ਕਿ ਅਕਸਰ ਹੀ ਕੋਈ ਵੀ ਪਾਰਟੀ ਹੈ ਉਹਦੇ ਵਿੱਚ ਜ਼ਿਆਦਾ ਕੰਮ ਯੂਥ ਕਰਦਾ ਅਤੇ ਯੂਥ ਦੀਆਂ ਇਛਾਵਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਜੀ। ਅਤੇ ਮੈਂ ਵੀ ਯੂਥ ਕਾਂਗਰਸ ਦੇ ਵਿੱਚ ਕੰਮ ਕਰਦੇ ਸਮੇਂ ਬਹੁਤ ਸ਼ਿੱਦਤ ਨਾਲ, ਮਿਹਨਤ ਨਾਲ ਕੰਮ ਕੀਤਾ ਸੀ। ਪਰ ਜਦੋਂ ਕਿਤੇ ਕੰਮ ਦੀ ਲੋੜ ਪਈ ਜਾਂ ਕਿਸੇ ਦਾ ਕੰਮ ਕਰਾਉਣ ਦੀ ਲੋੜ ਪਈ, ਉਹਦੇ ਮੁਕਾਬਲੇ ਮੈਨੂੰ ਰਿਜ਼ਲਟ ਨਹੀਂ ਮਿਲਿਆ ਜੀ। ਤਾਂ ਮੈਂ ਅੱਕ ਕੇ ਘਰੇ ਬਹਿ ਗਿਆ ਅਤੇ ਮੈਂ ਕਿਹਾ ਵੀ ਇਹ ਗੱਲ ਯਾਰ ਠੀਕ ਨਹੀਂ। ਅਤੇ ਉਸ ਤੋਂ ਬਾਅਦ ਮੇਰੇ ਮਿੱਤਰ ਨੇ ਇੱਧਰ ਲਿਆਂਦਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿਹੜੀ ਖੇਤਰੀ ਪਾਰਟੀ ਹੈ ਨਾ, ਉਹਦਾ ਫਰਕ ਹੈ ਜੀ। ਉਹਦੇ ਵਿੱਚ ਪਹਿਚਾਣ ਛੇਤੀ ਬਣਦੀ ਹੈ, ਉਹ ਤੁਹਾਡੀ ਬਾਂਹ ਛੇਤੀ ਪੜਦੀ ਹੈ ਅਤੇ ਉਹ ਤੁਹਾਡੇ ਹਲਕੇ ਬਾਰੇ, ਤੁਹਾਡੇ ਏਰੀਏ ਬਾਰੇ ਵੱਡੀਆਂ ਪਾਰਟੀਆਂ ਨਾਲੋਂ ਵੱਧ ਸੋਚਦੀ ਹੈ। ਤਾਂ ਮੈਨੂੰ ਇਹ ਗੱਲ ਮਹਿਸੂਸ ਹੋਈ ਕਿ ਮੈਂ ਇੱਧਰ ਆ ਕੇ ਜਿੰਨੇ ਵੀ ਕੰਮ ਕਰਾਏ, ਮੇਰੇ ਖਿਆਲ ਉੱਧਰ ਸਾਰੀ ਜ਼ਿੰਦਗੀ ਨਹੀਂ ਕਰਵਾ ਸਕਦਾ ਸੀ। ਮੈਨੂੰ ਤਾਂ ਬਹੁਤ ਵਧੀਆ ਤਜਰਬਾ ਹਾਸਲ ਹੋਇਆ ਜੀ ਇਸ ਗੱਲ ਤੋਂ। ਜੀ, ਜਿਨ੍ਹਾਂ ਨੇ ਤੁਹਾਨੂੰ ਅਕਾਲੀ ਦਲ ਜੁਆਇਨ ਕਰਾਇਆ ਉਹ ਖੁਦ ਪਾਰਟੀ ਛੱਡ ਗਏ, ਅਤੇ ਫਿਰ ਕਦੇ ਮਲਾਲ ਨਹੀਂ ਹੁੰਦਾ ਕਿ ਜਦੋਂ ਜਿਸ ਨੇ ਜੁਆਇਨ ਕਰਾਇਆ ਹੁੰਦਾ ਉਹ ਪਾਰਟੀ 'ਚ ਨਾ ਰਹਿਣ ਅਤੇ ਕੱਲ੍ਹ ਨੂੰ ਸਾਹਮਣੇ ਆਉਂਦੇ ਆ ਤਾਂ ਤੁਹਾਡੀਆਂ ਪਾਰਟੀਆਂ ਦੇ ਵਖਰੇਵੇਂ ਹੁੰਦੇ ਆ ਕਿ ਦਿਲਾਂ ਦੇ ਵਿੱਚ ਵੀ ਵਖਰੇਵੇਂ ਪੈਂਦੇ ਆ ਕਿ ਆਫ ਦਾ ਟਰੈਕ ਫਿਰ ਸਿਆਸਤ ਦੇ ਵਿੱਚ ਕੁਝ ਹੋਰ, ਖਾਥੀ ਦੇ ਦੰਦ ਖਾਂਦੇ ਹੋਰ ਅਤੇ ਦਿਖਾਉਂਦੇ ਹੋਰ। ਇਹਦੇ ਬਾਰੇ ਫਿਰ ਕਿਵੇਂ ਇੱਕ ਨੇਤਾ, ਇੱਕ ਲੀਡਰ ਆਪਸ 'ਚ ਸਮਤੋਲ ਕਰਦਾ? ਨਹੀਂ, ਦੇਖੋ ਗੱਲ ਇਹ ਹੈ ਜੀ, ਜਿਹੜੀ ਪਾਰਟੀ ਹੈ ਨਾ ਉਹ ਤੁਹਾਡੀ ਚੁਆਇਸ ਹੈ ਜੀ। ਉਹ ਤੁਹਾਡੀ ਚੁਆਇਸ ਹੈ। ਜਿਹੜੀ ਕੋਈ ਮਿੱਤਰਤਾ ਹੈ ਉਹ ਹੋਰ ਚੀਜ਼ ਹੈ ਜੀ। ਪਾਰਟੀ ਅਕਾਲੀ ਦਲ ਦੇ, ਮੇਰਾ ਸਾਰਾ ਪਰਿਵਾਰ ਹੀ ਅਕਾਲੀ ਦਲ ਨਾਲ ਸੀਗਾ ਜੀ। ਜੀ। ਮੇਰੇ ਪਿਤਾ ਜੀ, ਮੇਰੇ ਦਾਦਾ ਜੀ, ਮੇਰੇ ਨਾਨਾ ਨਾਨੀ, ਸਾਰਾ ਪਰਿਵਾਰ ਸਾਡਾ ਮੁੱਢ ਤੋਂ ਕੱਟੜ ਅਕਾਲੀ ਹੈ ਜੀ। ਟਕਸਾਲੀ ਅਕਾਲੀ ਨੇ ਸਾਰੇ ਜੀ। ਜੀ। ਮੈਂ ਇੱਕ ਮਿੱਤਰਤਾ ਦੇ, ਇੱਥੇ ਅਵਤਾਰ ਸਿੰਘ ਨੀਟੂ ਸ਼ਹਿਰੀ ਪ੍ਰਧਾਨ ਹੁੰਦਾ ਸੀ ਮੇਰਾ ਮਿੱਤਰ, ਉਹਦਾ ਕਰਕੇ ਉਹਨਾਂ ਨੇ ਕੰਪੈਲ ਕੀਤਾ ਅਤੇ ਉਹ ਕਹਿੰਦਾ ਚੱਲ ਯਾਰ ਆਪਾਂ ਤਾਂ ਕੰਮ ਹੀ ਕਰਨਾ ਹੈ। ਤਾਂ ਛੋਟੀ ਉਮਰ ਸੀ ਅਤੇ ਚਲੋ ਉੱਧਰ ਲੱਗ ਗਏ ਜੀ। ਪਰ ਉੱਧਰ ਮਨ ਨਹੀਂ ਸੀਗਾ ਜੀ। ਜੀ। ਮਨ ਅਕਾਲੀ ਦਲ ਨਾਲ ਹੀ ਸੀਗਾ ਜੀ। ਇਸ ਲਈ ਅਕਾਲੀ ਦਲ ਦੇ ਨਾਲ ਹਾਂ ਜੀ। ਜੇ ਜੁਆਇਨ ਕਰਾਉਣ ਵਾਲੇ ਚਲੇ ਗਏ ਤਾਂ ਉਹਨਾਂ ਦੀ ਖੁਸ਼ੀ ਹੈ ਜੀ, ਅਤੇ ਆਪਾਂ ਤਾਂ ਉਸ ਅੱਡੇ 'ਤੇ ਖੜ੍ਹੇ ਹਾਂ, ਕਹਿੰਦੇ ਮਰਜ਼ੀ ਹੈ ਉਹਨਾਂ ਦੀ। ਜੀ। ਦੂਸਰੀ ਗੱਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜੇ ਯਾਦ ਕਰਦੇ ਹਾਂ ਤਾਂ ਅੱਜ ਵੀ ਗੁਰਦੁਆਰਾ ਤਿੱਤਰਸਰ ਦੇ ਵਿੱਚ ਉਹਨਾਂ ਦੀ ਯਾਦ 'ਚ ਇੱਕ ਸ਼ੋਕ ਸਭਾ ਜਿਹੜੀ ਹੈਗੀ ਆਯੋਜਿਤ ਕੀਤੀ ਗਈ ਸੀ। ਉੱਥੇ ਸੁਖਬੀਰ ਬਾਦਲ ਹੋਰਾਂ ਨੂੰ ਉੱਥੇ ਇੱਕ ਵੱਖਰੇ ਅੰਦਾਜ਼ ਦੇ ਵਿੱਚ ਦੇਖਿਆ ਗਿਆ। ਔਰ ਅੱਜ ਕੱਲ੍ਹ ਜਦੋਂ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਭੋਗ ਤੋਂ ਲੈ ਕੇ ਅੱਜ ਤੱਕ ਅਸੀਂ ਦੇਖਿਆ ਜਿੱਥੇ ਵੀ ਉਹ ਸਟੇਜ 'ਤੇ ਜਾਂਦੇ ਨੇ, ਮਾਫੀ ਵਾਲਾ ਦੌਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੋਇਆ। ਅਤੇ ਤੁਹਾਨੂੰ ਕੀ ਲੱਗਦਾ ਗਾ ਕਿ ਉਹਨਾਂ ਦੀ ਕਮੀ ਪੂਰੀ ਕਰ ਪਾਉਣਗੇ ਛੋਟੇ ਬਾਦਲ? ਦੇਖੋ ਜੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਜੋ ਬਦਲਾਅ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਦੇਖ ਰਹੇ ਹਾਂ ਜਾਂ ਮਹਿਸੂਸ ਕਰ ਰਹੇ ਹਾਂ, ਮੈਂ ਬਾਦਲ ਸਾਹਿਬ ਦਾ ਵੀ ਪਰਛਾਵਾਂ ਬੜਾ ਝੱਲਿਆ, ਬੜਾ ਦੇਖਿਆ, ਬੜਾ ਮਹਿਸੂਸ ਕੀਤਾ। ਬਾਦਲ ਸਾਹਿਬ ਦੇ ਵਿੱਚ ਇੱਕ ਬੜਾ ਵੱਡਾ ਗੁਣ ਸੀਗਾ ਕਿ ਉਹ ਆਪਦੇ ਵਰਕਰ ਨੂੰ, ਆਪਦੇ ਸਾਥੀ ਨੂੰ ਛੇਤੀ ਕਿਤੇ ਰੁੱਸਣ ਨਹੀਂ ਦਿੰਦੇ ਸੀ। ਜੇ ਰੁੱਸ ਜਾਂਦਾ ਸੀ ਤਾਂ ਉਹਨੂੰ ਕਿਵੇਂ ਵੀ ਕਰਦੇ ਮਨਾ ਲੈਂਦੇ ਸੀ। ਤਾਂ ਹੁਣ ਇਹ ਮਹਿਸੂਸ ਹੋ ਰਿਹਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਨਕਸ਼ੇ ਕਦਮਾਂ 'ਤੇ ਚੱਲ ਰਹੇ ਹੈ। ਪਾਰਟੀ ਨੂੰ ਤਕੜਾ ਕਰਨ ਲਈ ਉਸ ਹਿਸਾਬ ਨਾਲ ਯਤਨ ਕਰ ਰਹੇ ਹੈ ਵੀ ਜਿੰਨੇ ਵੱਧ ਤੋਂ ਵੱਧ ਪਾਰਟੀ ਨੂੰ ਤਕੜਾ ਕੀਤਾ ਜਾਵੇ, ਰੁੱਸੇ ਹੋਏ ਸਾਥੀਆਂ ਨੂੰ ਮਨਾਇਆ ਜਾਵੇ। ਮੇਰਾ ਖਿਆਲ ਹੈ ਕਿ ਚੰਗਾ ਕਦਮ ਹੈ, ਬਹੁਤ ਚੰਗਾ ਕਦਮ ਹੈ ਜੋ ਕਰ ਰਹੇ ਹੈ ਜੀ। ਸ਼੍ਰੋਮਣੀ ਅਕਾਲੀ ਦਲ 'ਤੇ ਜਦੋਂ ਵੀ ਕੋਈ ਗੱਲ ਚੱਲਦੀ ਹੈ ਕਿ ਬਿਲਕੁਲ ਹਾਸ਼ੀਏ 'ਤੇ ਚਲੀ ਗਈ ਹੈ। ਤੁਸੀਂ ਦੇਖਿਆ ਜਲੰਧਰ ਦੇ ਵਿੱਚ ਵੀ ਬਸਪਾ ਦੇ ਨਾਲ ਭਾਵੇਂ ਉਹਨਾਂ ਨੇ ਚੋਣ ਲੜੀ ਹੈ, ਪਰ ਜਿੱਤ ਨਸੀਬ ਨਹੀਂ ਹੋਈ। ਹਾਲਾਂਕਿ ਇਸੇ ਸਮੇਂ ਦੌਰਾਨ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਆ ਉਹ ਉਹਨਾਂ ਦਾ ਜਾਣਾ ਵੀ ਬਣ ਜਾਂਦਾ ਹੈ ਅਤੇ ਪਰਿਵਾਰ ਮਸਰੂਫੀਆਤ ਦੇ ਵਿੱਚ ਹੁੰਦਾ, ਪਰਿਵਾਰਕ ਕੰਮਾਂ ਦੇ ਵਿੱਚ ਹੁੰਦਾ। ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਖੜਾ ਹੋਣ ਲਈ ਜਿਹੜਾ ਹੈਗਾ
ਤੁਹਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਜਜ਼ਬਾ ਹੈਗਾ ਜਦੋਂ ਸਰਕਾਰਾਂ ਨਹੀਂ ਰਹਿੰਦੀਆਂ ਤਾਂ ਟੁੱਟ ਜਾਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਉਹਦੇ ਲਈ ਕੀ ਕਰਦੇ ਹੋ? ਇਕੱਠ ਕਰਨ ਲਈ ਬਠਿੰਡੇ ਦੇ ਵਿੱਚ ਤੁਹਾਡੀਆਂ ਗਤੀਵਿਧੀਆਂ ਜਿਹੜੀਆਂ ਉਹ ਲਗਭਗ ਨਾ ਦੇ ਬਰਾਬਰ ਆ? ਨਹੀਂ, ਕੋਈ ਇਹੋ ਜਿਹੀ ਹਾਸ਼ੀਏ ਵਾਲੀ ਗੱਲ ਨਹੀਂ ਹੈ ਜੀ। ਕਾਰਨ ਇਹ ਹੈ ਵੀ ਹਰੇਕ ਪਾਰਟੀ ਕੋਲ ਆਪਦਾ ਵਰਕਰ ਹੁੰਦਾ ਜੀ। ਅਕਾਲੀ ਦਲ ਦਾ ਤੁਸੀਂ ਅੱਜ ਚੈੱਕ ਕਰ ਲਓ ਜਾਂ ਵੋਟ ਸ਼ੇਅਰ ਚੈੱਕ ਕਰ ਲਓ ਜੀ। ਅਕਾਲੀ ਦਲ ਦਾ ਵੋਟ ਸ਼ੇਅਰ ਅੱਗੇ ਨਾਲੋਂ ਉਸ ਇਲੈਕਸ਼ਨ ਨਾਲੋਂ ਹੁਣ ਵਧਿਆ, ਜਲੰਧਰ ਦੇ ਵਿੱਚ ਵੀ ਵਧਿਆ ਜੀ। ਤਾਂ ਜਿਹੜਾ ਅਕਾਲੀ ਦਲ ਦਾ ਵਰਕਰ ਆ ਅੱਜ ਵੀ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਖੜਾ ਹੈ। ਠੀਕ ਹੈ, ਇੱਕ ਹਨੇਰੀ ਸੀ 1999 ਦੇ ਵਿੱਚ ਵੀ ਆਈ ਸੀਗੀ ਜੀ। ਹਨੇਰੀ ਜਿਹੜੀ ਹੁੰਦੀ ਹੈ ਨਾ ਜੀ, ਉਹਨੂੰ ਅਸੀਂ ਲੋਕਾਂ ਦਾ ਮੋਹ ਭੰਗ ਜਾਂ ਲੋਕਾਂ ਦਾ ਕਿਸੇ ਕਿਸਮ ਦਾ ਜਾਂ ਪਾਰਟੀ ਦਾ ਹਾਸ਼ੀਏ ਤੇ ਆਉਣਾ ਨਹੀਂ ਮੰਨ ਸਕਦੇ। ਇਹ ਤਾਂ ਇੱਕ ਹਨੇਰੀ ਸੀਗੀ, ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਵੀ 1000 ਨਵੇਂ ਨੂੰ ਦੇਖੀਏ ਪਤਾ ਨਹੀਂ ਕੀ ਕਰੂਗਾ। ਪਰ ਅੱਜ ਉਹ ਨਵੇਂ ਦਾ ਹਾਲ ਕੀ ਹੈ ਜਾਂ ਲੋਕਾਂ ਉਹ ਜਿਨ੍ਹਾਂ ਨੇ ਪਾਇਆ ਉਹ ਕਿੱਥੋਂ ਤੱਕ ਪਛਤਾ ਰਹੇ ਹੈ, ਇਹ ਤੁਸੀਂ ਰੋਜ਼ ਦੇਖ ਰਹੇ ਹੋ ਜੀ। ਸੋ ਅਕਾਲੀ ਦਲ ਨੂੰ ਕੋਈ ਇਹੋ ਜਿਹੀ ਗੱਲ ਨਹੀਂ। ਸਾਡੇ ਪ੍ਰਧਾਨ ਸਾਹਿਬ ਬੜੀ ਵੱਡੀ ਮਿਹਨਤ ਕਰ ਰਹੇ ਹੈ ਔਰ ਵੱਡੀ ਗੱਲ ਇਹ ਹੈ ਜੀ, ਉੱਥੇ ਫਿਰ ਗੱਲ ਆ ਖੜਦੀ ਹੈ। ਤੁਸੀਂ ਬੈਠੇ ਹੋ ਕਿ ਪੰਜਾਬ ਦਾ ਜੋ ਭਲਾ ਜੀ ਖੇਤਰੀ ਪਾਰਟੀ ਕਰ ਸਕਦੀ ਹੈ ਜਾਂ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਐਡੀ ਵੱਡੀ ਡਿਵੈਲਪਮੈਂਟ। ਮੈਂ ਕਹਿੰਦਾ ਜੀ, ਤੁਸੀਂ ਕਿਸੇ ਇੱਕ ਬੱਚੇ ਨੂੰ ਅੱਜ ਕਿਸੇ ਇੱਕ ਬੱਚੇ ਨੂੰ ਲਾ ਦਿਓ ਵੀ ਗੂਗਲ ਦੇ ਉੱਤੇ ਇੱਕ ਸਰਚ ਮਾਰ ਵੀ ਪੰਜਾਬ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕੌਣ ਮੁੱਖ ਮੰਤਰੀ ਰਿਹਾ, ਕਿਸ ਮੁੱਖ ਮੰਤਰੀ ਨੇ ਪੰਜਾਬ ਦੇ ਲਈ ਕੀ ਕਾਰਜ ਕੀਤੇ। ਤੇ ਮੇਰਾ ਖਿਆਲ ਹੈ ਤੁਹਾਨੂੰ ਵੱਡੀ ਮਾਤਰਾ ਦੇ ਵਿੱਚ ਉੱਥੇ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਪ੍ਰਕਾਸ਼ ਸਿੰਘ ਦੇ ਕਾਰਜ ਕੀਤੇ ਹੋਏ ਨਜ਼ਰ ਆਉਣਗੇ, ਹੋਰ ਕਾਰਜ ਤੁਹਾਨੂੰ ਕੋਈ ਨਜ਼ਰ ਨਹੀਂ ਆਉਣਾ ਉੱਥੇ। ਪਰ ਖੇਤਰੀ ਪਾਰਟੀ ਦੀ ਤੁਸੀਂ ਗੱਲ ਕੀਤੀ ਆ, ਖੇਤਰੀ ਪਾਰਟੀਆਂ ਨੂੰ ਫਿਰ ਜਿਹੜੇ ਪੰਜਾਬ ਦੇ ਮਸਲੇ ਹੱਲ ਕਰਾਉਣ ਲਈ ਵਾਇਆ ਦਿੱਲੀ ਦਾ ਰੂਟ ਕਿਉਂ ਫੜਨਾ ਪੈਂਦਾ ਜੀ? ਕੀ ਭਵਿੱਖ ਦੇ ਵਿੱਚ ਖੇਤਰੀ ਪਾਰਟੀ ਹੈ ਤੁਹਾਡੀ, ਤੁਸੀਂ ਆਪਣੇ ਦਮ 'ਤੇ ਇਹ ਸਮਰੱਥਾ ਰੱਖਦੇ ਹੋ ਕਿ ਤੁਸੀਂ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਓਗੇ ਜਾਂ 2024 ਦਾ ਇਲੈਕਸ਼ਨ ਜਿਹੜੇ ਆ ਰਹੇ ਆ ਉਹਦੇ ਵਿੱਚ ਤੁਹਾਡੀ ਪਰਫਾਰਮੈਂਸ ਜਿਹੜੀ ਆ ਉਹ ਵਧੀਆ ਰਹੂ? ਬਿਲਕੁਲ 100% ਅਕਾਲੀ ਦਲ ਸਰਕਾਰ ਬਣਾਊਗਾ ਜੀ। ਇਹਦੇ ਵਿੱਚ ਕੋਈ ਦਿੱਕਤ ਨਹੀਂ, ਕੋਈ ਦੋ ਰਹਿ ਨਹੀਂ, ਕਿਉਂਕਿ ਹਜੇ ਤਾਂ 1.5 ਸਾਲ ਹੀ ਹੋਇਆ ਜੀ। ਜਿੰਨੀ ਬਦਨਾਮ ਇਹ ਸਰਕਾਰ 1.5 ਸਾਲ ਦੇ ਵਿੱਚ ਹੋ ਗਈ, ਅਕਾਲੀ ਦਲ ਤਾਂ ਇੰਨਾ ਬਦਨਾਮ 10 ਸਾਲਾਂ 'ਚ ਨਹੀਂ ਹੋਇਆ ਸੀਗਾ। ਅਕਾਲੀ ਦਲ ਨੂੰ ਤਾਂ ਇੱਕ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਗਿਆ। ਪਰ ਲੋਕ ਅੱਜ ਵੀ ਇਹ ਗੱਲ ਕਹਿੰਦੇ, ਉਸ ਦਿਨ ਵੀ ਇਹ ਗੱਲ ਕਹਿੰਦੇ ਸੀ ਵੀ ਜੋ ਕੰਮ ਹੋਇਆ ਉਹ ਅਕਾਲੀ ਦਲ ਨੇ ਕੀਤਾ, ਜੋ ਤਰੱਕੀ ਹੋਈ ਹੈ ਅਕਾਲੀ ਦਲ ਨੇ ਕੀਤੀ ਹੈ। ਕਿਹੜੀ ਸਾਜ਼ਿਸ਼ ਤੁਹਾਨੂੰ ਨਜ਼ਰ ਆ ਰਹੀ ਹੈ? ਤੁਸੀਂ ਸਾਰੇ ਪਾਸੇ ਨਿਗਾਹ ਮਾਰ ਲਓ ਜੀ, ਸਾਰੇ ਪਾਸੇ ਨਿਗਾਹ ਮਾਰ ਲਓ। ਮੈਨੂੰ ਕੋਈ ਵੀ ਮੇਰਾ ਮਿੱਤਰ ਸੱਜਣ, ਤੁਸੀਂ ਸਿਆਣੇ ਬੈਠੇ ਹੋ, ਕੋਈ ਵੀ ਇਹ ਜਵਾਬ ਦੇ ਦੇ ਵੀ ਜਿਹੜਾ ਰੂਲਿੰਗ ਪਾਰਟੀ ਹੁੰਦੀ ਹੈ ਕਿਤੇ ਕੋਈ ਇਹੋ ਜਿਹੀਆਂ ਗੱਲਾਂ ਕਰਦੀ ਹੁੰਦੀ ਹੈ ਜਿਹਦੇ ਨਾਲ ਉਹਦੀ ਬਦਨਾਮੀ ਹੋਵੇ। ਜਿਵੇਂ ਕਿ ਤੁਸੀਂ ਇਹ ਲਾ ਲਓ, ਬੇਅਦਬੀ ਦਾ ਮੁੱਦਾ ਹੀ ਲਾ ਲਓ ਜੀ। ਬੇਅਦਬੀ ਦਾ ਮੁੱਦਾ ਬਣਾਇਆ ਗਿਆ, ਬਣਾ ਕੇ ਅਕਾਲੀ ਦਲ ਤੇ ਮੜਿਆ ਗਿਆ। ਉਹ ਕਾਰਨ ਕੀ ਸੀ ਕਿ ਜਿਸ ਦਿਨ ਇਹ ਮੁੱਦਾ ਬਣਾਇਆ ਗਿਆ, ਅਗਰ ਉਸ ਦਿਨ ਦਾ ਸਰਵੇ ਤੁਸੀਂ ਕਢਾ ਲਓ, ਅਕਾਲੀ ਦਲ ਤੀਸਰੀ ਵਾਰੀ ਲਗਾਤਾਰ ਸਰਕਾਰ ਬਣਾ ਰਿਹਾ ਸੀ। ਤਾਂ ਸਿਰਫ ਅਕਾਲੀ ਦਲ ਨੂੰ ਢਾਉਣ ਦੇ ਲਈ, ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਇਹ ਮੁੱਦਾ ਬਣਾਇਆ ਗਿਆ। ਹੋਰ ਸੈਂਕੜੇ ਮੁੱਦੇ ਆ ਜੀ, ਤੁਸੀਂ ਦੇਖ ਸਕਦੇ ਹੋ। ਝੂਠੇ ਅੱਜ ਵੀ ਗੱਲਾਂ ਕਹੀਆਂ ਜਾ ਰਹੀਆਂ, ਝੂਠ ਕਹਿ ਦੇਣਾ ਜੀ, ਉਹਨੂੰ ਸਾਬਤ ਕਰਨਾ ਤਾਂ ਜਿਹਦੇ ਲਾਤਾ ਉਸੇ ਨੇ ਕਰਨਾ ਨਾ ਜੀ। ਤਾਂ ਸਿਰਫ ਚਿੱਕੜ ਪਾਇਆ ਗਿਆ ਅਕਾਲੀ ਦਲ ਦੇ ਉੱਤੇ, ਅਕਾਲੀ ਦਲ ਦੇ ਕੰਮਾਂ ਨੂੰ ਢੱਕਣ ਦੇ ਲਈ, ਹੋਰ ਕੋਈ ਵੱਡੀ ਗੱਲ ਨਹੀਂ ਸੀ। ਬਦਨਾਮ ਕੀਤਾ ਗਿਆ। ਅੱਜ ਵੀ ਅਕਾਲੀ ਦਲ ਕੋਈ ਦਿੱਕਤ ਵਾਲੀ ਗੱਲ ਨਹੀਂ, ਚੜ੍ਹਦੀ ਕਲਾ ਦੇ ਵਿੱਚ ਹੈ। ਪਰਮਾਤਮਾ ਕਿਰਪਾ ਕਰਨਗੇ, ਬਿਲਕੁਲ ਸਰਕਾਰ ਬਣਾਊਗਾ ਔਰ 24 ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ, ਕੋਈ ਦਿੱਕਤ ਨਹੀਂ ਜੀ। ਦੂਸਰੀ ਗੱਲ ਜਿਹੜੀ ਨਜ਼ਰ ਆ ਰਹੀ ਹੈ, ਸਿਆਸੀ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਰੋਜ਼ਾਨਾ ਅਜੀਤ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਹਮਦਰਦ ਹੋਰਾਂ ਦੇ ਸੱਦੇ 'ਤੇ ਉਹ ਇਕੱਠੀਆਂ ਹੁੰਦੀਆਂ ਨੇ। ਉੱਥੇ ਰਾਜਨੀਤੀ ਦਾ ਇੱਕ ਵੱਖਰੀ ਤਸਵੀਰ ਨਜ਼ਰ ਆਈ। ਉਸ ਤਸਵੀਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਜੀ, ਸਰਕਾਰਾਂ ਆਉਂਦੀਆਂ ਰਹਿੰਦੀਆਂ, ਸਰਕਾਰਾਂ ਜਾਂਦੀਆਂ ਰਹਿੰਦੀਆਂ। ਜਿਹੜਾ ਅਖਬਾਰ ਹੈ ਜਾਂ ਜਿਹੜਾ ਆਪਾਂ ਮੀਡੀਆ ਕਹਿ ਲਈਏ, ਇਹ ਇੱਕ ਚੌਥਾ ਸਤੰਭ ਹੈ ਸਾਡੇ ਦੇਸ਼ ਦਾ ਕੀ ਸੰਸਾਰ ਦਾ ਹੀ ਜੀ। ਜੇ ਕੋਈ ਸਰਕਾਰ ਆਉਂਦਿਆਂ ਸਿਰਫ ਇਸ ਗੱਲ ਦੇ ਉੱਤੇ ਕਿਸੇ ਨਾਲ ਕਿੜ ਕੱਢੇ ਕਿ ਇਸ ਅਖਬਾਰ ਦੀ ਫਲਾਂ ਪਾਰਟੀ ਨਾਲ ਨੇੜਤਾ ਰਹੀ ਹੈ, ਦੇਖੋ ਹਰੇਕ ਅਖਬਾਰ ਦੀ ਕਿਸੇ ਨਾ ਕੋਈ ਨੇੜਤਾ ਹੁੰਦੀ ਹੈ, ਠੀਕ ਹੈ। ਮੈਂ ਇਸ ਗੱਲ ਨੂੰ ਮੰਨਦਾ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ। ਪਰ ਸਿਰਫ ਇਸ ਗੱਲ ਪਿੱਛੇ ਉਹਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾਵੇ ਜਾਂ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਜਾਵੇ, ਮੈਂ ਕਹਿੰਦਾ ਬੜੀ ਚੰਗੀ ਗੱਲ ਹੋਈ। ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਦੇ ਉੱਤੇ ਖੜਾ ਹੋਣਾ ਚਾਹੀਦਾ। ਜੇ ਸਾਡਾ ਅਖਬਾਰ ਹੀ ਨਾ ਰਹੂ, ਜੇ ਇਹ ਸੋਸ਼ਲ ਮੀਡੀਆ ਜਾਂ ਮੀਡੀਆ ਹੀ ਨਾ ਰਹੂ, ਤਾਂ ਮੈਂ ਕਹਿੰਦਾ ਦੁਨੀਆ ਦੇ ਉੱਤੇ ਤਾਂ ਨੇਰ ਮਚ ਜੂਗਾ, ਸਾਰਾ ਕੁਝ ਉਜਾਗਰ। ਤਾਂ ਤੀਸਰੀ ਅੱਖ ਹੈ, ਇਸੇ ਨਹੀਂ ਕਰਨਾ। ਉਸ ਗੱਲ ਨੂੰ ਮੈਂ ਕਹਿੰਦਾ ਬਹੁਤ ਚੰਗਾ ਸੁਨੇਹਾ, ਚੰਗੀ ਗੱਲ ਹੈ। ਹਮਦਰਦ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਨੇ, ਉਹਨਾਂ ਨੇ ਵੀ ਬੜੀ ਵਧੀਆ ਗੱਲ ਕਹੀ ਹੈ। ਜਿਹੜਾ ਕਿਸੇ ਦੇ ਉੱਤੇ ਨਿੱਜੀ ਅਟੈਕ ਕਰਨਾ ਹੈ ਉਹ ਬੜਾ ਮਾੜਾ ਹੈ, ਨਿੱਜੀ ਅਟੈਕ ਨਹੀਂ ਕਰਨਾ ਚਾਹੀਦਾ। ਸਿਆਸਤ
ਉਸ ਗੱਲ ਨਾਲ ਗੰਧਲੀ ਸਿਆਸਤ ਹੋ ਗਈ। ਪਹਿਲਾਂ ਇਹ ਗੱਲ ਨਹੀਂ ਹੁੰਦੀ ਸੀਗੀ, ਪਰ ਅੱਜ ਤੁਸੀਂ ਦੇਖਦੇ ਹੋ ਕਿ ਸਿੱਧਮ ਸਿੱਧਾ ਰਾਜਨੀਤੀ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ, ਮੁੱਦਿਆਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸਿਰਫ ਮੁੱਦਿਆਂ ਨੂੰ ਭੁਲਾਉਣ ਦੇ ਲਈ ਸਿੱਧਮ ਸਿੱਧੇ ਅਟੈਕ ਇੱਕ ਦੂਜੇ 'ਤੇ ਕੀਤੇ ਜਾਂਦੇ, ਉਹ ਬਹੁਤ ਮਾੜਾ ਹੈ ਜੀ। ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਦੋਂ ਯਾਦ ਕਰਦੇ ਆ ਤਾਂ ਉਹਨਾਂ ਦੀ ਕੋਈ ਤੁਹਾਡੇ ਨਾਲ ਡਾਇਰੈਕਟ ਯਾਦ ਜੁੜੀ ਹੋਵੇ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ? ਹਾਂਜੀ, ਬਾਦਲ ਸਾਹਿਬ ਵਰਗਾ ਬਣ ਜਾਣਾ ਮੈਂ ਕਹਿੰਦਾ ਜੀ ਬਹੁਤ ਬਹੁਤ ਹੀ ਔਖਾ ਹੈ। ਕਿ ਬਾਦਲ ਸਾਹਿਬ ਇੱਕ ਬਹੁਤ ਦਰਿਆ ਦਿਲ, ਸਦਾ ਖੁਸ਼ ਰਹਿਣ ਵਾਲੇ ਤੇ ਕਿਤੇ ਨਾ ਗੁੱਸੇ 'ਚ ਆਉਣ ਵਾਲੇ ਇਨਸਾਨ ਸਨ। ਬਾਦਲ ਸਾਹਿਬ ਆਪਦੇ ਵਰਕਰ ਨੂੰ ਆਪਦੇ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਸਨ। ਮੇਰੇ ਇੱਕ ਘਟਨਾ ਯਾਦ ਹੈ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ। ਇੱਕ ਵਾਰੀ ਉਹ ਕਿਸੇ ਪੇਸ਼ੈਂਟ ਦਾ ਪਤਾ ਲੈਣ ਜਾ ਰਹੇ ਸੀ ਅਤੇ ਉਸ ਲਿਫਟ ਦੇ ਵਿੱਚ ਮੈਂ, ਬਾਦਲ ਸਾਹਿਬ ਅਤੇ 2 ਜਥੇਦਾਰ ਹੋਰ ਸਨ। ਤਾਂ ਇੱਕ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਬਾਦਲ ਸਾਹਿਬ ਆਪਾਂ ਇਸ ਬੰਦੇ ਦੀ ਜ਼ਿਆਦਾ ਮਦਦ ਨਹੀਂ ਕਰੀ ਜਾਂਦੇ। ਤਾਂ ਬਾਦਲ ਸਾਹਿਬ ਨੇ ਕਿਹਾ ਵੀ ਕਾਕਾ ਨਹੀਂ, ਵਰਕਰ 20 ਸਾਲਾਂ 'ਚ ਬਣਦਾ, ਵਰਕਰ ਨਹੀਂ ਛੱਡੀਦਾ ਹੁੰਦਾ। ਕੋਈ ਗੱਲ ਨਹੀਂ, ਚੰਗੇ ਮੰਦੇ ਗੁਣ ਸਾਰਿਆਂ 'ਚ ਹੁੰਦੇ ਆ, ਇਹਦਾ ਜਿਹੜਾ ਮਾੜਾ ਗੁਣ ਆਪਾਂ ਇਹਨੂੰ ਬਹਿ ਕੇ ਸਮਝਾ ਲਾਂਗੇ, ਪਰ ਸਾਥ ਨਹੀਂ ਛੱਡੀਦਾ ਹੁੰਦਾ। ਮੈਂ ਕਹਿੰਦਾ ਜੀ ਉਹ ਵਰਕਰ ਨੂੰ ਦਿਲੋਂ ਪਿਆਰ ਕਰਦੇ ਸੀ ਔਰ ਜੋ ਕਹਿੰਦੇ ਸੀ ਉਹ ਕਰਕੇ ਦਿਖਾਉਂਦੇ ਸੀ ਜੀ। ਬਿਲਕੁਲ। ਜਦੋਂ ਜ਼ਿਲ੍ਹੇ ਦੀ ਗੱਲ ਆ ਜਾਂਦੀ ਹੈ, ਬਠਿੰਡੇ ਦੇ ਵਿੱਚ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ, ਬਠਿੰਡੇ ਦੇ ਵਿੱਚ ਤੁਹਾਨੂੰ ਕੀ ਲੱਗਦਾ 2014 ਲਈ ਤੁਹਾਡਾ ਮੁੱਖ ਮੁੱਦਾ ਜਿਹੜਾ ਹੈਗਾ 2024 ਲਈ ਕਿਹੜਾ ਮੁੱਖ ਮੁੱਦਾ ਰਹੇਗਾ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦਾ, ਜਿਸ ਦੇ ਆਧਾਰ ਤੇ ਤੁਸੀਂ ਲੋਕਾਂ 'ਚ ਵੋਟ ਮੰਗਣ ਲਈ ਜਾਣਾ? ਸਰ, ਅਕਾਲੀ ਦਲ ਕੋਲੇ ਮੁੱਦੇ ਹੀ ਮੁੱਦੇ ਹੈ ਜੀ। ਅਸੀਂ ਸਿਰਫ ਜਿਹੜੀ ਲੜਾਈ ਅਕਾਲੀ ਦਲ ਨੇ ਅੱਜ ਤਾਈਂ ਲੜੀ ਹੈ ਜਾਂ ਅਕਾਲੀ ਦਲ ਨੇ ਇਲੈਕਸ਼ਨ ਜਦੋਂ ਵੀ ਲੜਿਆ ਉਦੋਂ ਹੀ ਤਰੱਕੀ, ਭਾਈਚਾਰਕ ਸਾਂਝ ਦੇ ਉੱਤੇ ਲੜਿਆ ਜੀ, ਪੰਜਾਬ ਦੀ ਰਾਖੀ ਲਈ ਲੜਿਆ ਜੀ। ਅੱਜ ਵੀ ਅਕਾਲੀ ਦਲ ਕੋਲੇ ਬੜੇ ਵੱਡੇ ਮੁੱਦੇ ਹੈ। ਇਸ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਕੈਪਟਨ ਸਾਹਿਬ ਦੀ, ਤਾਂ ਕੈਪਟਨ ਸਾਹਿਬ ਨੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਰੈਲੀ ਕਰਕੇ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਪਾਈ ਸੀ ਕਿ ਮੈਂ ਘਰ ਘਰ ਨੌਕਰੀ ਦੇ ਦੂੰਗਾ, ਮੈਂ ਨਸ਼ੇ ਬੰਦ ਕਰ ਦੂੰ 4 ਹਫ਼ਤਿਆਂ 'ਚ। ਮੈਨੂੰ ਪੰਜਾਬ ਦਾ ਕੋਈ ਵੀ ਬੱਚਾ ਇਹ ਦੱਸ ਦੇ ਵੀ ਉਹਨਾਂ ਗੱਲਾਂ 'ਚੋਂ ਇੱਕ ਗੱਲ ਹੋਈ। ਜੋ ਗੱਲ ਅੱਜ ਦੇ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਕੇ ਸਰਕਾਰ ਬਣਾਈ, ਲੋਕਾਂ ਨੂੰ ਗੁੰਮਰਾਹ ਕੀਤਾ ਵੀ ਮੈਂ 1000 ਰੁਪਈਆ ਦੇਵਾਂਗਾ ਜੀ, ਮੈਂ ਪੈਨਸ਼ਨ ਦੁੱਗਣੀ ਕਰ ਦੂੰਗਾ, ਮੈਂ ਰੇਤ 'ਚੋਂ ਇੰਨੇ ਪੈਸੇ ਕਮਾ ਲੂੰਗਾ, ਮੈਂ ਸ਼ਰਾਬ ਸਸਤੀ ਕਰਕੇ ਉਹ 'ਚੋਂ ਇੰਨੇ ਰੁਪਏ ਕਰਾ ਲੂੰਗਾ। ਮੈਨੂੰ ਕੋਈ ਸੱਜਣੇ ਦੱਸੇ ਵੀ ਉਹਨਾਂ ਗੱਲਾਂ 'ਚੋਂ ਕਿਹੜੀ ਗੱਲ ਹੋਈ। ਜਿਹੜੀ ਗੱਲ ਰਹੀ ਬਿਜਲੀ ਵਾਲੀ, ਉਹ ਤਾਂ 200 ਯੂਨਿਟ ਆਲਰੇਡੀ ਪਹਿਲਾਂ ਹੀ ਬਾਦਲ ਸਾਹਿਬ ਦੀ ਕੀਤੀ ਹੋਈ ਸੀ ਜੀ, ਇਹਨਾਂ ਨੇ 100 ਯੂਨਿਟ ਵਧਾਈ ਹੈ, ਉਹ ਕੋਈ ਬੜਾ ਵੱਡਾ ਮਾਰਕਾ ਨਹੀਂ ਹੈ। ਪਰ ਜਿਹੜੇ ਕੰਮ ਇਹ ਕਹਿ ਕੇ ਆਏ ਸੀ ਉਹਨਾਂ 'ਚੋਂ ਮੈਨੂੰ ਇੱਕ ਕੰਮ ਦੱਸ ਦੇਣ, ਕੋਈ ਵੀ ਸੁਣਾ ਦੇਵੇ ਵੀ ਆਹ ਕੰਮ ਇਹਨਾਂ ਨੇ ਕੀਤਾ। ਸਾਡੇ ਕੋਲ ਤਾਂ ਮੁੱਦੇ ਹੀ ਮੁੱਦੇ ਹੈ ਜੀ। ਦੂਜੀ ਗੱਲ, ਪਾਰਟੀ ਕਿਵੇਂ ਮਜ਼ਬੂਤ ਰਹੂਗੀ? ਤੁਹਾਡੀ ਪਾਰਟੀ ਦੇ ਵਿੱਚੋਂ ਹੀ ਵੱਖ ਹੋਏ ਜਿਹੜੇ ਭਾਵੇਂ ਬੀਬੀ ਜਗੀਰ ਕੌਰ ਆ, ਸੁਖਦੇਵ ਸਿੰਘ ਢੀਂਡਸਾ ਜੀ ਨੇ, ਉਹ ਵੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਤਾਂ ਸੋਸ਼ਲ ਮੀਡੀਆ 'ਤੇ ਬਿਆਨ ਚੱਲ ਰਿਹਾ ਕਿ ਜੇਕਰ ਸੁਖਬੀਰ ਬਾਦਲ ਚਾਹੁੰਦੇ ਆ ਕਿ ਵਾਪਸੀ ਹੋਵੇ, ਜਿਹੜੇ ਰੁੱਸੇ ਹੋਏ ਆ, ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ, ਅਸੀਂ ਆ ਜਾਵਾਂਗੇ। ਦੂਸਰੇ ਪਾਸੇ ਬੀਬੀ ਜਗੀਰ ਕੌਰ ਹੋਣਾ ਦਾ ਇਹ ਕਹਿਣਾ ਕਿ ਜਿਨ੍ਹਾਂ ਦੀ ਬੇਅਦਬੀ ਦੇ ਉੱਤੇ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਆ ਜਾਂ ਉਹਨਾਂ ਨੂੰ ਅਕਾਲ ਤਖਤ 'ਤੇ ਤਲਬ ਕਰਨਾ ਚਾਹੀਦਾ ਹੈਗਾ। ਤਾਂ ਇਹੋ ਜਿਹੇ ਇਲਜ਼ਾਮਾਂ ਦੇ ਵਿੱਚ 2024 ਤੱਕ ਪਹੁੰਚਦੇ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਖੇਰੂ ਵੀ ਹੋ ਸਕਦੀ ਹੈ? ਮੈਂ ਪਹਿਲਾਂ ਤਾਂ ਬੀਬਾ ਜੀ ਨੂੰ ਪੁੱਛਣਾ ਚਾਹੁੰਦਾ ਕਿ ਬੀਬਾ ਜੀ ਜਿੰਨੇ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੈ, ਇਸ ਪਾਰਟੀ 'ਚ ਹੀ ਬਣੇ ਹੈ, ਇਸ ਪਾਰਟੀ ਤੋਂ ਹੀ ਮੰਤਰੀ ਬਣੇ ਹੈ। ਜਿਸ ਟਾਈਮ 'ਤੇ ਦੋਸ਼ ਲੱਗਦੇ ਹੈ ਉਦੋਂ ਬੀਬਾ ਜੀ ਵੀ ਤਾਂ ਸਰਕਾਰ ਦੇ ਨਾਲ ਹੀ ਸਨ। ਦੋਸ਼ ਤਾਂ ਕਿਸੇ 'ਤੇ ਵੀ ਲਾਏ ਜਾ ਸਕਦੇ ਹੈ, ਪਰ ਦੋਸ਼ਾਂ ਦੇ ਵਿੱਚ ਮੈਨੂੰ ਦੱਸੋ ਕਿੰਨਾ ਲੰਮਾ ਸਮਾਂ ਹੋ ਗਿਆ। ਇਸ ਸਰਕਾਰ ਨੇ ਵੀ ਸਿੱਟਾਂ ਬਣਾਈਆਂ, ਉਸ ਸਰਕਾਰ ਨੇ ਵੀ ਸਿੱਟਾਂ ਬਣਾਈਆਂ, ਕਿਸੇ ਨੂੰ ਗ੍ਰਿਫਤਾਰ ਕਰ ਸਕੇ, ਕਿਸੇ ਨੂੰ ਫੜ ਸਕੇ। ਐਵੇਂ ਝੂਠੀ ਰੰਗਤ ਦੇਣਾ, ਝੂਠੇ ਦੋਸ਼ ਲਾਉਣਾ, ਤਾਂ ਇਹਦੇ ਨਾਲ ਤਾਂ ਕੋਈ ਸਾਬਤ ਨਹੀਂ ਹੋ ਜਾਂਦਾ। ਜੇ ਕੋਈ ਗੱਲ ਢੀਂਡਸਾ ਸਾਹਿਬ ਵਾਲੀ ਗੱਲ ਹੈ, ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਤਾਂ ਅਸੀਂ ਇਕੱਠੇ ਹੋ ਜਾਵਾਂਗੇ। ਪਾਰਟੀ ਇੱਕ ਪਰਿਵਾਰ ਹੈ। ਜੇ ਕਿਸੇ ਪਰਿਵਾਰ ਦੇ ਵਿੱਚ ਕੋਈ ਮੁੰਡਾ ਇਹ ਕਹਿੰਦਾ ਵੀ ਮੈਂ ਰੁੱਸ ਕੇ ਘਰੋਂ ਵਗ ਜੂੰ, ਨਹੀਂ ਬਾਪੂ ਛੱਡ ਕੇ ਪਾਸੇ ਹੋ ਜਾ, ਮੈਂ ਤਾਂ ਘਰੇ ਆਊਂਗਾ, ਇਹ ਗੱਲ ਕਿਤੇ ਸੰਭਵ ਹੋ ਸਕਦੀ ਹੈ? ਸੁਖਬੀਰ ਸਿੰਘ ਬਾਦਲ 'ਤੇ ਦੋਸ਼ ਕੀ ਹੈ? ਸੁਖਬੀਰ ਸਿੰਘ ਬਾਦਲ 'ਤੇ ਇਹ ਦੋਸ਼ ਹੈ ਵੀ ਉਹ ਦਿਨ ਰਾਤ ਮਿਹਨਤ ਕਰਦੇ ਆ। ਸੁਖਬੀਰ ਸਿੰਘ ਬਾਦਲ 'ਤੇ ਇਹ ਦੋਸ਼ ਹੈ ਵੀ ਸੁਖਬੀਰ ਸਿੰਘ ਬਾਦਲ ਨੇ ਜਦੋਂ 2 ਸਰਕਾਰਾਂ ਸੀ, ਸਰਕਾਰ ਰਿਪੀਟ ਹੋਈ, ਤਾਂ ਉਹੀ ਸੁਖਬੀਰ ਸਿੰਘ ਬਾਦਲ ਹੈ ਜਿਹਦੇ ਕਰਕੇ ਸਰਕਾਰ ਰਿਪੀਟ ਹੋਈ ਸੀ। ਉਦੋਂ ਤਾਂ ਇਹਨਾਂ ਲੋਕਾਂ ਨੇ ਗੱਲ ਕਹੀ ਨਹੀਂ ਵੀ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਨਾਲ ਸਰਕਾਰ ਰਿਪੀਟ ਹੋ ਗਈ ਅਤੇ ਅਸੀਂ ਛੱਡ ਕੇ ਜਾਂਦੇ, ਇਹਨੂੰ ਛੁਡਾਓ। ਉਦੋਂ ਤਾਂ ਕਹਿੰਦੇ ਸੀ ਵੀ ਇਦੋਂ ਚੰਗਾ ਕੋਈ ਪ੍ਰਧਾਨ ਹੀ ਨਹੀਂ ਹੋ ਸਕਦਾ। ਸੋ ਇਹ ਗੱਲ ਇਹ ਹੈ ਜੀ, ਜਦੋਂ ਅਸੀਂ ਵੱਖ ਹੋ ਜਾਂਦੇ ਹਾਂ, ਸਾਨੂੰ ਕੋਈ ਲਾਲਚ ਹੋ ਜਾਂਦਾ ਨਾ, ਉਦੋਂ ਅਸੀਂ ਕੋਈ ਨਾ ਕੋਈ ਅਸੀਂ ਟੇਢੀ ਬਿੰਗੀ ਜਿਹੜੀ ਹੈਗੀ ਆ ਉਹ ਸ਼ਰਤ ਰੱਖਦੇ ਹਾਂ। ਢੀਂਡਸਾ ਸਾਹਿਬ ਜਿੱਤੇ ਕਈ ਵਾਰੀ ਨੇ ਜੀ, ਪਾਰਟੀ 'ਚ ਰਹਿੰਦਿਆਂ ਉਹਨਾਂ ਨੂੰ ਹਾਰਿਆ ਹੋਇਆ ਉਹਨੂੰ ਮੰਤਰੀ ਦੀਆਂ ਐਸ਼ਾਂ ਕਰਾਈਆਂ, ਉਹਨਾਂ ਦੇ ਪੁੱਤਰ ਨੂੰ ਫਾਈਨਾਂਸ ਮਿਨਿਸਟਰ ਬਣਾਇਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਮਾੜਾ ਕੀ ਕੀਤਾ?
ਲਾਲਚ ਬਸ ਕੋਈ ਵੀ ਬੰਦਾ ਕੋਈ ਵੀ ਮੰਗ ਰੱਖ ਸਕਦਾ ਜੀ, ਉਹਨਾਂ ਨਾਲ ਗੱਲ ਥੋੜ੍ਹੀ ਹੈ। ਅਸੀਂ ਢੀਂਡਸਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੀ ਪਾਰਟੀ ਹੈ, ਅਸੀਂ ਤਾਂ ਬੱਚੇ ਹਾਂ, ਛੋਟੇ ਹਾਂ, ਇਹ ਗੱਲ ਕਹਿੰਦੇ ਵੀ ਚੰਗੇ ਲੱਗਦੇ। ਅਸੀਂ ਤਾਂ ਕਹਿੰਦੇ ਆਓ ਤਕੜੇ ਹੋ, ਸਾਡੀ ਪੰਜਾਬ ਦੀ ਪਾਰਟੀ ਹੈ ਤੇ ਨਾਲ ਲੱਗ ਕੇ ਤਕੜੇ ਹੋ, ਪਾਰਟੀ ਨੂੰ ਤਕੜਾ ਕਰੋ ਜੀ। ਬਠਿੰਡਾ ਸ਼ਹਿਰੀ ਦੇ ਪ੍ਰਧਾਨ ਹੋ ਰਾਜਵਿੰਦਰ ਜੀ ਤੁਸੀਂ, ਤੇ ਬਠਿੰਡਾ ਦੇ ਵਿੱਚ ਹੀ ਇੱਕ ਬੜੀ ਖੂਬਸੂਰਤ ਜਿਹੜੀ ਪਾਰਕਿੰਗ ਆ ਉਹ ਹੋਂਦ ਦੇ ਵਿੱਚ ਆ ਚੁੱਕੀ ਹੈ, ਤੇ ਸੁਣਨ ਦੇ ਵਿੱਚ ਇਹ ਆਇਆ ਕਿ 7-8 ਜਿਹੜੇ MC ਸਾਹਿਬਾਨ ਨੇ ਉਹਨਾਂ ਨੇ ਇਕੱਠੇ ਹੋ ਕੇ ਇਸ ਦਾ ਠੇਕਾ ਜਿਹੜਾ ਲਿਆ। ਤੁਹਾਡੇ ਨਜ਼ਰ ਦੇ ਵਿੱਚ ਬਠਿੰਡਾ ਦੀ ਇਹ ਪਾਰਕਿੰਗ ਤੇ ਹੋਰ ਕਿਹੋ ਜਿਹੇ ਜਿਹੜੇ ਹੈਗੇ ਆ ਅਦਾਰੇ ਆਲੇ ਦੁਆਲੇ ਚੱਲ ਰਹੇ ਆ, ਕਿੰਨੇ ਕੁ MC ਜਿਹੜੇ ਹੈਗੇ ਆ, ਮਤਲਬ ਇੰਨੇ ਇਕੱਠੇ ਹੋ ਕੇ MCਆਂ ਦਾ ਕੰਮ ਕਿੰਨਾ ਕੁ ਹੁੰਦਾ ਜੀ, ਤੇ ਕਿੰਨੇ ਕੁ ਵਜੂਦ ਵਾਲੇ ਹੁੰਦੇ ਆ, ਕਿਸ ਤਰੀਕੇ ਨਾਲ ਫਿਰ ਇਹ ਪਾਰਕਿੰਗ ਲੋਕਾਂ ਲਈ ਸਮਰਪਿਤ ਕਰਨਗੇ? ਦੇਖੋ ਗੱਲ ਇਹ ਜੀ, ਜਿਹੜੀ ਇਹ ਪਾਰਕਿੰਗ ਹੈ ਬਣੀ ਹੈ, ਸੋਹਣੀ ਪਾਰਕਿੰਗ ਬਣੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੇ ਹਾਊਸ ਵੱਲੋਂ ਹੀ ਪਾਸ ਕੀਤੀ ਹੋਈ ਹੈ ਜੀ। ਉਸੇ ਪ੍ਰੋਜੈਕਟ ਨੂੰ ਅੱਗੇ ਵਧਾਇਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ। ਮੈਂ ਕਹਿੰਦਾ ਬੜੀ ਚੰਗੀ ਗੱਲ ਹੈ, ਜੇ ਕੋਈ ਕੰਮ ਚੱਲ ਰਿਹਾ ਤਾਂ ਉਹਨੂੰ ਅੱਗੇ ਵਧਾਉਣਾ ਚਾਹੀਦਾ, ਲੋਕਾਂ ਦੀ ਇਹ ਸਹੂਲਤ ਹੈ। ਜਿੱਥੋਂ ਤੱਕ ਗੱਲ ਰਹੀ ਵੀ 5-7 MCਆਂ ਨੇ ਇਕੱਠੇ ਹੋ ਕੇ ਇਹ ਪਾਰਕਿੰਗ ਲਈ ਹੈ, ਵੈਸੇ ਮੇਰੇ ਧਿਆਨ ਦੇ ਵਿੱਚ ਨਹੀਂ, ਪਰ ਜੇ ਲਈ ਹੈ ਤਾਂ ਕੋਈ ਗੱਲ ਨਹੀਂ, ਕਾਰੋਬਾਰ ਕਰਨਾ ਕੋਈ ਵੀ ਮਾੜਾ ਨਹੀਂ, ਕੋਈ ਵੀ ਕਰ ਸਕਦਾ ਜੋ ਕੋਈ ਪੈਸੇ ਲਾ ਕੇ ਕਾਰੋਬਾਰ ਕਰਦਾ ਹੈ। ਬਸ ਮਸਲਾ ਇਹ ਹੈ ਵੀ ਉਹ 'ਚ ਕਿਸੇ ਕਿਸਮ ਦੀ ਕੋਈ ਧਾਂਦਲੀ ਨਾ ਹੋਵੇ, ਲੋਕਾਂ ਨੂੰ ਸਸਤੇ ਰੇਟ 'ਤੇ ਪਾਰਕਿੰਗ ਮੁਹੱਈਆ ਹੋਵੇ, ਲੋਕਾਂ ਨੂੰ ਸਹੂਲਤ ਹੈ ਜਿਹੜੀ ਉਹ ਸਸਤੇ ਰੇਟ 'ਤੇ ਹੋਵੇ, ਉਹ ਚੰਗੀ ਗੱਲ ਹੈ ਜੀ। ਜੇ ਕੋਈ ਸਸਤੇ ਰੇਟ 'ਤੇ ਮੁਹੱਈਆ ਕਰਾਉਂਦਾ ਤਾਂ ਸ਼ਹਿਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਾਰਕਿੰਗ ਦੇਣ ਦੀ ਸਮਰੱਥਾ ਵਾਲੇ ਜ਼ਿਆਦਾ ਲੋਕ ਬਾਜ਼ਾਰਾਂ ਦੇ ਵਿੱਚ ਆਉਂਦੇ ਨੇ, ਤੇ ਪਾਰਕਿੰਗ ਦੀ ਜਿਹੜੀ ਪਰਚੀ ਹੈਗੀ ਹੈ ਉਹ ਜੇਬ ਤੇ ਭਾਰੂ ਨਹੀਂ ਪੈਂਦੀ ਨਜ਼ਰ ਆਊਗੀ? ਜਿਹੜੇ ਲੋਕ ਮਜਬੂਰੀ ਬਸ ਕਾਰ 'ਚ ਆਉਂਦੇ ਆ ਜਾਂ ਸਕੂਟਰ ਮੋਟਰਸਾਈਕਲ 'ਤੇ ਆਉਂਦੇ ਆ, ਤੇ ਨਾਲ ਦੀ ਨਾਲ ਹੀ ਮਹਿੰਗਾਈ ਦੇ ਦੌਰ 'ਚ ਉਹਨਾਂ ਦੇ ਪਰਚੀ ਲਾ ਦਿੱਤੀ ਹੋਵੇ। ਤੁਸੀਂ MC ਲੰਬੇ ਸਮੇਂ ਤੱਕ ਰਹੇ ਹੋ, ਕੁਛ ਇੱਦਾਂ ਦੇ ਵੀ ਅਦਾਰੇ ਹੁੰਦੇ ਆ ਜਿਹੜੇ ਕਿ ਫ੍ਰੀ ਲੋਕਾਂ ਦੀ ਸਰਵਿਸ ਲਈ ਵੀ ਪਾਰਕਿੰਗਸ ਸਰਕਾਰ ਬਣਾਉਂਦੀ ਹੈ, ਜਾਂ ਉਹਨਾਂ ਦੀ ਸਹੂਲਤ ਦੇ ਤੌਰ 'ਤੇ ਪਾਰਕਿੰਗ ਦੇਣੀ ਚਾਹੀਦੀ ਹੈ? ਇਹਦੇ ਬਾਰੇ ਬਠਿੰਡਾ ਕਿੱਥੇ ਸਟੈਂਡ ਕਰਦਾ? ਦੇਖੋ, ਜਿਹੜੀ ਸਾਡੇ ਹਾਊਸ ਦੀ ਸੋਚ ਸੀ ਨਾ, ਅਸੀਂ ਤਾਂ ਇਸੇ ਸੋਚ ਨਾਲ ਹੀ ਪਾਰਕਿੰਗ ਬਣਾਉਣ ਦਾ ਜਿਹੜਾ ਇਹ ਰੱਖਿਆ ਸੀਗਾ ਏਜੰਡਾ, ਕਿ ਲੋਕਾਂ ਨੂੰ ਸਸਤੀ ਤੋਂ ਸਸਤੀ। ਦੇਖੋ, ਸਰਕਾਰ ਨੇ ਤੁਹਾਨੂੰ ਪੈਸਾ ਲਾ ਕੇ ਪਾਰਕਿੰਗ ਤਿਆਰ ਕਰ ਦੇਣੀ ਹੈ, ਪਰ ਸਾਨੂੰ ਮੇਨਟੇਨ ਤਾਂ ਕਰਨੀ ਪੈਣੀ ਹੈ ਨਾ ਜੀ। ਉਹਦੇ ਮੇਨਟੇਨੈਂਸ ਵਾਸਤੇ ਸਾਨੂੰ ਕੁਛ ਰੁਪਈਆ ਚਾਹੀਦਾ ਜੀ, ਉੱਥੇ ਕੁਛ ਮੁਲਾਜ਼ਮ ਵੀ ਰੱਖਣੇ ਪੈਣੇ, ਉਹਦੇ ਵਾਸਤੇ ਵੀ ਚਾਹੀਦਾ। ਅਸੀਂ ਸਿਰਫ ਉਹਦੀ ਮੇਨਟੇਨ ਵਾਸਤੇ ਓਨਾ ਕੁ ਮੁਹੱਈਆ ਕਰਨਾ ਸੀਗਾ ਕਿ ਕਿਸੇ ਨੂੰ ਉਹ ਲਾਉਣਾ ਸੀਗਾ ਵੀ ਕਿਸੇ ਨੂੰ ਮਹਿਸੂਸ ਨਾ ਹੋਵੇ। ਹੁਣ ਇਹ ਕੀ ਲਾਉਂਦੇ ਆ ਜਾਂ ਕੀ ਰੇਟ ਰੱਖਦੇ ਆ, ਉਹ ਰੇਟ ਰੱਖੇ ਤੋਂ ਪਤਾ ਲੱਗੂਗਾ ਜੀ ਵੀ ਲੋਕਾਂ ਨੂੰ ਸਸਤੀ ਪੈਂਦੀ ਹੈ ਕਿ ਮਹਿੰਗੀ ਪੈਂਦੀ ਹੈ। ਪਰ ਪਾਰਕਿੰਗ ਇੱਕ ਚੰਗੀ ਚੀਜ਼ ਹੈ ਜੀ, ਜੇ ਆਪਾਂ ਦੇਖੀਏ ਤਾਂ ਇੱਕ ਚੰਗੀ ਚੀਜ਼ ਹੈ ਵੀ ਜਿਹੜਾ ਹੈਗਾ ਸਾਡੇ ਸ਼ਹਿਰ ਦੇ ਵਿੱਚ ਭੀੜ ਘੱਟ ਜੂਗੀ, ਲੋਕਾਂ ਦੀ ਜਿਹੜੇ ਵਹੀਕਲ ਹੈ ਉਹਨਾਂ ਦੀ ਸੇਫਟੀ ਹੋ ਜੂਗੀ ਜੀ। ਬੱਸ ਸਟੈਂਡ ਦਾ ਮੁੱਦਾ ਵੀ ਜਿਹੜਾ ਹੈਗਾ ਉਹ ਗਰਮਾਇਆ ਹੋਇਆ। ਤੁਹਾਨੂੰ ਲੱਗਦਾ ਕਿ ਸ਼ਹਿਰ ਤੋਂ ਬਾਹਰ ਬੱਸ ਸਟੈਂਡ ਜਾਊਗਾ ਤਾਂ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਹੈ ਇਹਦੀ ਵੱਧ ਸਹੂਲਤ ਮਿਲੂਗੀ, ਤੇ ਪਾਰਕਿੰਗ ਨਹੀਂ ਵੀ ਹੈਗੀ ਭਾਵੇਂ ਆਲੇ ਦੁਆਲੇ, ਪਰ ਜਿਹੜੇ ਜਾਮ ਲੱਗ ਜਾਂਦੇ ਆ ਮੇਨ ਹਾਈਵੇਜ਼ 'ਤੇ, ਉਹ ਬੱਸ ਸਟੈਂਡ ਦੇ ਬਾਹਰ ਜਾਣ ਨਾਲ ਕੋਈ ਸਹੂਲਤ ਹੋ ਸਕਦੀ ਹੈ, ਜਾਂ ਜਿੱਥੇ ਜਾ ਰਿਹਾ ਉੱਥੇ ਬਠਿੰਡਾ ਵਾਸੀਆਂ ਲਈ ਉਹ ਚੰਗਾ ਰਹੇਗਾ? ਦੇਖੋ ਜੀ, ਮੈਂ ਜਿਹੜਾ ਬੱਸ ਸਟੈਂਡ ਹੈ ਨਾ, ਬੱਸ ਸਟੈਂਡ ਦੇ ਮੁੱਦੇ ਉੱਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਬੱਸ ਸਟੈਂਡ ਆਲਰੇਡੀ ਜਿਹੜਾ ਸੀਗਾ ਉਹਦੇ ਸਾਰਾ ਹੀ ਜੋ ਕੁਛ ਕਾਗਜ਼ੀ ਪੱਤਰੀ ਜੋ ਵੀ ਸੀਗਾ ਉਹ ਪਹਿਲਾਂ ਰਿੰਗ ਰੋਡ ਦੇ ਉੱਤੇ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਜੀ। ਇਹ ਤਾਂ ਸਿਰਫ ਲੋਕਾਂ ਨੂੰ ਇੱਕ ਉਲਝਣ ਦੇ ਵਿੱਚ ਪਾਇਆ ਜਾ ਰਿਹਾ, ਦੂਰ ਲਿਜਾਇਆ ਜਾ ਰਿਹਾ ਜੀ। ਇੱਕ ਮੈਂ ਤੁਹਾਨੂੰ ਦੱਸੂਗਾ ਕਿ ਰਜਿੰਦਰਾ ਕਾਲਜ ਦੇ ਵਿੱਚ 3500 ਸਟੂਡੈਂਟ ਪੜ੍ਹਦਾ, ਜਿਹੜਾ ਪਿੰਡਾਂ ਤੋਂ ਤਕਰੀਬਨ 2500 ਸਟੂਡੈਂਟ ਆਉਂਦਾ ਔਰ ਬੱਸਾਂ ਦੇ ਉੱਤੇ ਆਉਂਦਾ। ਕਈ ਟਾਈਮ ਇਹੋ ਜਿਹੇ ਹੈ ਕਿ ਕਾਲਜ ਟਾਈਮ ਨੂੰ ਹੀ ਬੱਸ ਸਟੈਂਡ 'ਚ ਪਹੁੰਚਦੀ ਹੈ ਤੇ ਬੱਚੇ ਭੱਜ ਕੇ ਉੱਥੋਂ ਕਾਲਜ ਦੇ ਵਿੱਚ ਪਹੁੰਚਦੇ ਆ। ਅੱਜ ਉਹ ਬੱਚਾ ਪਹਿਲਾਂ ਥਰਮਲ ਪਲਾਂਟ ਕੋਲ ਰੁਕੂਗਾ ਆ ਕੇ, ਫਿਰ ਉੱਥੋਂ ਬੱਸ ਬਦਲੂਗਾ, ਫਿਰ ਉੱਥੋਂ ਬੱਸ ਬਦਲ ਕੇ ਹੋਰ ਬੱਸ ਫੜ ਕੇ ਉੱਥੇ ਆਊਗਾ ਜੀ। ਠੀਕ ਹੈ, ਤਾਂ ਇਹ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਲੋਕਾਂ ਵਾਸਤੇ ਦਿੱਕਤ ਖੜੀ ਹੋ ਜੂਗੀ ਜੀ। ਸੈਕਟਰੀਏਟ ਦੇ ਵਿੱਚ ਵੀ ਆਵਾਜਾਈ ਲੋਕਾਂ ਦੀ ਰਹਿੰਦੀ ਹੈ, ਉਸ ਹਿਸਾਬ ਨਾਲ ਤੁਸੀਂ ਜੀ ਬਿਲਕੁਲ ਸਾਰੀਆਂ ਕਚਹਿਰੀ ਇੱਥੇ ਬੱਸ ਸਟੈਂਡ ਦੇ ਕੋਲ ਸੀ ਜੀ। ਇਹ ਵੱਡੀ ਸਹੂਲਤ ਜਿਹੜਾ ਸੈਕਟਰੀਏਟ ਸਾਰੇ ਦਫ਼ਤਰ ਇੱਕ ਥਾਂ ਇਕੱਠੇ ਕੀਤੇ ਸੀ ਜੀ। ਉਹ ਸੋਚ ਇਹ ਸੀ ਕਿ ਕੋਈ ਵੀ ਬੰਦਾ ਬਾਹਰੋਂ ਆਉਂਦਾ, ਬੱਸ ਤੋਂ ਉਤਰਿਆ, ਸੈਕਟਰੀਏਟ ਦੇ ਵਿੱਚ ਆਇਆ, ਸਾਰੇ ਦਫ਼ਤਰ ਹੈ, ਆਪ ਦਾ ਜੋ ਵੀ ਕੰਮ ਹੈ ਉਹ ਨਿਪਟਾ ਕੇ ਉੱਥੋਂ ਬੱਸ ਚੜ੍ਹ ਗਿਆ। ਅਤੇ ਅੱਜ ਇਹ ਉਸ ਚੀਜ਼ ਨੂੰ ਫੇਰ ਦੂਰ ਲਿਜਾਇਆ ਜਾ ਰਿਹਾ, ਉਹ ਮੈਂ ਕਹਿੰਦਾ ਵੀ ਲੋਕਾਂ ਵਾਸਤੇ ਉਹ ਠੀਕ ਨਹੀਂ ਜੀ। ਦੂਜੀ ਗੱਲ, ਨੀਂਹ ਪੱਥਰ ਦੀ ਤੁਸੀਂ ਗੱਲ ਕੀਤੀ, ਜਿੱਥੇ ਸੁਖਬੀਰ ਹੋਰਾਂ ਨੇ ਨੀਂਹ ਪੱਥਰ ਰੱਖਿਆ ਉੱਥੇ ਵੀ ਬੱਸ ਸਟੈਂਡ ਨਹੀਂ ਗਿਆ, ਅਤੇ ਇੱਕ ਨੀਂਹ ਪੱਥਰ ਹੋਰ ਸੁਖਬੀਰ ਬਾਦਲ ਹੋਰਾਂ ਨੇ ਰੱਖਿਆ ਸੀ ਹੋਟਲ ਦਾ,
ਝੀਲਾਂ ਦੇ ਕੋਲ ਹੀ ਜਿੱਥੇ ਉਹ ਬੱਸ ਸਟੈਂਡ ਦੇ ਜੀ ਇਹ ਨੀਂਹ ਪੱਥਰਾਂ ਦੀ ਰਾਜਨੀਤੀ ਹੈ ਜਾਂ ਨੀਂਹ ਪੱਥਰ ਰੱਖਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹੋਂਦ ਦੇ ਵਿੱਚ ਆਊਗਾ ਬੱਸ ਸਟੈਂਡ? ਦੇਖੋ ਜੀ, ਉਸ ਇੱਕ ਕਹਾਵਤ ਹੈ ਕਿ ਕਾਣੀਏ ਘੋੜ ਚੜੇ ਤਾਂ ਜਾਣੀਏ ਜੀ। ਦੇਖੋ ਸਰਕਾਰ ਅੱਜ ਤੱਕ ਤਾਂ ਜਿੰਨਾ ਕੁ ਸਮਾਂ ਇਹਨਾਂ ਦਾ ਤਕਰੀਬਨ 1.5 ਸਾਲ ਲੰਘਿਆ, ਮੇਰਾ ਕੋਈ ਨਿੰਦਣ ਦਾ ਮਨਸ਼ਾ ਨਹੀਂ ਹੈ, ਪਰ ਤੁਸੀਂ ਮਾੜੀ ਜੀ ਝਾਤ ਮਾਰਿਓ, ਤੁਹਾਡੀ ਅੱਖ ਵੱਡੀ ਹੈ ਵੀ ਅੱਜ ਤਾਈਂ ਜਿੰਨੇ ਇਹਨਾਂ ਨੇ ਫੈਸਲੇ ਕੀਤੇ ਉਹ ਸਾਰੇ ਵਾਪਸ ਲਏ ਹੈ। ਹੁਣ ਵੀ ਇਹ ਜਿਹੜਾ ਹੈਗਾ, ਮੈਨੂੰ ਤਾਂ ਇਹ ਲੱਗਦਾ ਜੇ ਆਮ ਲੋਕਾਂ 'ਚ ਜਿਹੜੀ ਚਰਚਾ ਹੈ, ਲੋਕ ਕਹਿੰਦੇ ਵੀ ਉਧਰਲੇ ਪਾਸੇ ਕਾਫੀ ਕਲਾਨੀਆਂ ਕੱਟੀਆਂ ਗਈਆਂ, ਕੁਝ ਸਿਆਸੀ ਲੋਕਾਂ ਦਾ ਉਹਨਾਂ 'ਚ ਹਿੱਸਾ ਹੈ, ਉਹਨਾਂ ਨੂੰ ਚਲਾਉਣ ਦੀ ਖਾਤਰ ਇਹ ਸ਼ੋਸ਼ਾ ਕੀਤਾ ਜਾ ਰਿਹਾ ਹੈ। ਬੱਸ ਸਟੈਂਡ ਦਾ ਤਾਂ ਹਜੇ ਜਦੋਂ ਕੁਝ ਹੋਊਗਾ ਉਦੋਂ ਪਤਾ ਲੱਗੂ ਜੀ। ਪਰ ਜਿਹੜੇ ਸਰਕਾਰੀ ਪ੍ਰੋਜੈਕਟ ਆ ਰਹੇ ਆ ਉਹ ਤਾਂ ਮਾਨਸਾ ਰੋਡ ਦੀ ਦਿੱਖ ਨਜ਼ਰ ਆਉਂਦੀ ਹੈ ਕਿ ਮਾਨਸਾ ਰੋਡ ਦੇ ਉੱਤੇ ਦੋ ਜਿਹੜੇ ਅੱਗੇ ਕੱਟੇ ਜਾਣੇ ਆ ਸੈਕਟਰ, ਉਹ ਮਾਨਸਾ ਰੋਡ ਤੇ ਨੇ। ਤਾਂ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ, ਪਰ ਜਿਹੜੇ 600 ਯੂਨਿਟ ਦਿੱਤੀ ਆ ਉਹਦੇ ਨਾਲ ਤਾਂ ਲੋਕ ਬਹੁਤ ਖੁਸ਼ ਨੇ। ਇਹ ਸਰਕਾਰ ਦੀ ਪ੍ਰਾਪਤੀ ਨੂੰ ਕਿਵੇਂ ਦੇਖਦੇ ਹੋ? ਨਹੀਂ, 600 ਯੂਨਿਟ ਨਹੀਂ ਦਿੱਤੀ ਜੀ। ਉਹਨਾਂ ਨੇ 100 ਯੂਨਿਟ ਦਿੱਤੀ ਹੈ। 200 ਯੂਨਿਟ ਤਾਂ ਆਲਰੇਡੀ ਸੀ ਕਿ ਗਰੀਬ ਨੂੰ ਜੀ। ਉਹ ਤਾਂ ਜਿਹੜਾ BPL ਪਰਿਵਾਰ ਸੀ ਉਹਨੂੰ 200 ਯੂਨਿਟ ਤਾਂ ਆਲਰੇਡੀ 1997 ਤੋਂ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੋਈ ਹੈ ਜੀ। ਪਰ ਜ਼ੀਰੋ ਬਿੱਲ ਆਉਣ ਨਾਲ ਲੋਕਾਂ ਦਾ ਇਹ ਕਹਿਣਾ ਕਿ ਜ਼ੀਰੋ ਬਿੱਲ ਵਾਲੇ ਹੀ ਜਲੰਧਰ ਦੇ ਵਿੱਚ ਜਿੱਤ ਗਏ ਆ, ਤੇ ਜ਼ੀਰੋ ਬਿੱਲ ਵਾਲਾ ਜਿਹੜਾ ਕਨਸੈਪਟ ਹੈਗਾ ਇਹ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਦੇ ਰੂਪ ਵਿੱਚ ਦੇਖਿਆ ਜਾਂਦਾ। ਤੇ ਅੱਗੇ ਉਹਨਾਂ ਨੇ ਹੁਣ ਥਰਮਲ ਖਰੀਦਣ ਦੀ ਗੱਲ ਵੀ ਕੀਤੀ ਹੈ ਕਿ ਜਦੋਂ ਅਕਾਲੀ ਦਲ ਨੇ ਥਰਮਲ ਜਿਹੜੇ ਪ੍ਰਾਈਵੇਟਾਈਜ਼ ਕਰਕੇ ਲਾਏ ਸੀਗੇ, ਆਪਣੀ ਸਰਪਲਸ ਬਿਜਲੀ ਹੋਣ ਦੀ ਗੱਲ ਸੁਖਬੀਰ ਬਾਦਲ ਵੀ ਕਹਿੰਦੇ ਸੀ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸਸਤੀ ਹੋ ਸਕਦੀ ਹੈ? ਪਹਿਲਾਂ ਤਾਂ ਮੈਂ ਥਰਮਲਾਂ ਦੇ ਮੁੱਦੇ ਦੇ ਉੱਤੇ ਜਿਹੜੀ ਗੱਲ ਕਰਨੀ ਚਾਹੁੰਦਾ ਜੀ, ਜਿਸ ਸਮੇਂ ਹਜੇ ਇਲੈਕਸ਼ਨ ਦਾ ਕੰਮ ਚੱਲ ਰਿਹਾ ਸੀ ਜੀ, ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਅਸੀਂ ਸਰਕਾਰ ਬਣਨ ਸਾਰ ਪਹਿਲਾਂ ਸਮਝੌਤੇ ਰੱਦ ਕਰਾਂਗੇ ਜੀ। ਉਹ ਕਿਤੇ ਹੋਏ ਜੀ? ਮੈਂ ਪੁੱਛਣਾ ਚਾਹੁੰਦਾ ਵੀ ਉਹ ਕਿਤੇ ਸਮਝੌਤੇ ਰੱਦ ਹੋਏ? ਔਰ ਤੁਸੀਂ ਇੱਕ ਇਹ ਵੀ RTI ਪਾ ਲਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਬਿਜਲੀ ਸਮਝੌਤੇ ਕੀਤੇ 2 ਰੁਪਏ 80 ਪੈਸੇ ਦੇ ਸਮਝੌਤੇ ਹੋਏ ਪਏ ਆ। ਮੇਰਾ ਖਿਆਲ ਹੈ ਵੀ ਆਲ ਇੰਡੀਆ ਦੇ ਵਿੱਚ ਸਭ ਤੋਂ ਸਸਤੇ ਸਮਝੌਤੇ ਹੋਏ ਪਏ ਆ ਜੀ। ਠੀਕ ਹੈ ਜੀ। ਹੁਣ ਮਸਲਾ ਇਹ ਹੈ ਵੀ ਇਹਨਾਂ ਨੇ ਆਪ ਤਾਂ ਕੋਈ ਹਜੇ ਤੱਕ 1 ਯੂਨਿਟ ਬਿਜਲੀ ਪੈਦਾ ਨਹੀਂ ਕੀਤੀ। ਆਹ ਗਰਮੀਆਂ ਆ ਗਈਆਂ, ਪ੍ਰਮਾਤਮਾ ਦੀ ਕਿਰਪਾ ਨਾਲ ਬਾਰਿਸ਼ ਪੈਗੀ 2-3 ਵਾਰੀ, ਨਹੀਂ ਤਾਂ ਹੁਣ ਤੱਕ ਤੁਸੀਂ ਖੁਦ ਹੀ ਮੈਨੂੰ ਕਹਿਣਾ ਸੀਗਾ ਵੀ ਅੱਜ ਇਹ ਇੰਟਰਵਿਊ ਨਹੀਂ ਲੈਣੀ ਜੀ, ਲਾਈਟ ਹੈ ਨਹੀਂ ਜੀ। ਇਹ ਲਾਈਟ ਦਾ ਤਾਂ ਇੰਨਾ ਮੰਦਾ ਹਾਲ, ਤੁਸੀਂ ਹੋਰ ਦੋ ਮਾੜੀ ਜੀ ਗਰਮੀ ਪੈਣ ਦਿਓ, ਪਤਾ ਲੱਗ ਜਾਣਾ ਜੀ। ਤੁਸੀਂ ਦੇਖੋ ਤੁਹਾਡੇ ਸਾਹਮਣੇ ਹੋਣਾ। ਸੋ ਇਹਨਾਂ ਨੇ ਕੀ ਕਰਨਾ ਕਰਾਉਣਾ ਕੁਛ ਨਹੀਂ ਹੈ ਜੀ। ਇਕੱਲਾ ਦੇਖੋ ਗੱਲ ਇਹ ਹੈ, ਮੈਂ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਮਾੜੀ ਸ਼ਬਦ ਜਾਂ ਉਹ ਨਹੀਂ ਬੋਲਣਾ ਚਾਹੁੰਦਾ, ਪਰ ਮੁੱਖ ਮੰਤਰੀ ਸਾਹਿਬ ਦਾ ਇਕੱਲੀਆਂ ਗੱਲਾਂ ਨਾਲ ਸਰਦਾ, ਉਹਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਜੀ। ਉਹ ਗੱਲਾਂ ਕਰਦੇ ਨੇ, ਨਵਾਂ ਕੋਈ ਨਾ ਕੋਈ ਸ਼ੋਸ਼ਾ ਲਿਆ ਕੇ ਛੱਡ ਦਿੰਦੇ ਨੇ, ਅਤੇ ਉਹਨਾਂ ਦੇ ਜਿਹੜੇ ਥੱਲੇ ਟੀਮ ਉਹ ਫਟਾਫਟ ਫੇਸਬੁੱਕਾਂ 'ਤੇ ਉਹਨਾਂ 'ਤੇ ਪਾਈ ਜਾਂਦੀ ਹੈ ਜੀ ਵੀ ਹੁਣ ਅਸੀਂ ਆਹ ਕਰ ਰਹੇ ਹਾਂ। ਤੁਸੀਂ ਉਹ ਕੋਈ ਮੈਂ ਫਿਲਮ ਦੇਖੀ ਸੀਗੀ ਜੀ, ਮੇਹਰ ਮਿੱਤਲ ਸਾਹਿਬ ਉਹਦੇ ਵਿੱਚ ਸੀਗੇ। ਉਹਦੇ ਵਿੱਚ ਨਾ ਕੋਈ ਉਹਨਾਂ ਦੇ ਮਹਿਮਾਨ ਆਉਂਦਾ ਅਤੇ ਉਹ ਮਹਿਮਾਨ ਨੂੰ ਪੁੱਛਦੇ ਆ, ਕਹਿੰਦਾ ਵੀ ਯਾਰ ਤੁਸੀਂ ਆਏ ਹੋ ਅਤੇ ਅੱਜ ਆਪਾਂ ਮੂਲੀਆਂ ਦੀ ਸਬਜ਼ੀ ਨਾ ਬਣਾ ਲਈਏ? ਉਹ ਕਹਿੰਦਾ ਯਾਰ ਮੂਲੀਆਂ ਬਣਾ ਲਾ। ਕਹਿੰਦਾ ਯਾਰ ਉਹ ਤਾਂ ਗੋਭੀ ਵੀ ਬੜੀ ਸਵਾਦ ਹੁੰਦੀ ਹੈ, ਜੇ ਤੂੰ ਕਹੇ ਤਾਂ ਮੈਂ ਗੋਭੀ ਬਣਾ ਲਾ। ਉਹ ਕਹਿੰਦਾ ਜੀ ਗੋਭੀ ਬਣਾ ਲਾ। ਉਹ ਕਹਿੰਦਾ ਯਾਰ ਗੱਲ ਸੁਣ, ਗੋਭੀ ਨੂੰ ਛੱਡ, ਕਹਿੰਦਾ ਮੈਂ ਇਹ ਕਹਿੰਦਾ ਵੀ ਘਰੇ ਆਪਣੇ ਕੱਦੂ ਪਏ ਆ, ਕੱਦੂ ਨਾ ਧਰ ਲਈਏ। ਉਹ ਕਹਿੰਦਾ ਗੁਰੂਗਾ ਕੁਛ ਧਰੇਗਾ ਵੀ? ਉਹ ਪੀਪਾ ਮੁੱਧਾ ਕਰਕੇ ਕਹਿੰਦਾ ਧਰਾਂਗੀ, ਕੁਛ ਹੋਊਗਾ ਤਾਂ ਹੀ ਧਰੂੰਗਾ। ਉਹ ਗੱਲ ਇਹੀ ਹੈ ਜੀ, ਕਿਤੋਂ ਪੈਸੇ ਦਾ ਤਾਂ ਕੋਈ ਪ੍ਰਬੰਧ ਨਹੀਂ ਹੋਇਆ ਹਜੇ ਤੱਕ, ਕਿਸੇ ਕਿਸਮ ਦਾ ਕੋਈ ਕਿਸੇ ਪਾਸੋਂ ਰੈਵਨਿਊ ਦਾ ਪ੍ਰਬੰਧ ਨਹੀਂ ਹੋਇਆ। ਜਿਹੜੀਆਂ ਉਹ ਝੂਠੀਆਂ ਗੱਲਾਂ ਸੀਗੀਆਂ, ਉਹ ਦਿੱਲੀ ਤੋਂ ਕੇਜਰੀਵਾਲ ਸਾਹਿਬ ਆਏ ਸੀਗੇ ਵੀ ਇੰਨੇ 100 ਕਰੋੜ ਅਸੀਂ ਇੱਥੋਂ ਲੈ ਲਾਂਗੇ, ਇੰਨੇ 100 ਇੱਥੇ ਲੈ ਲਾਂਗੇ, ਉਹ ਸਾਰਾ ਖਤਮ ਹੋ ਗਿਆ। ਅੱਜ ਸੈਂਟਰ ਤੋਂ ਮਿੰਨਤਾਂ ਕੀਤੀਆਂ ਜਾ ਰਹੀਆਂ। ਡਿਵੈਲਪਮੈਂਟ ਵਾਲਾ ਤਾਂ ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਸਾਹਮਣੇ ਆ ਜਾਣਾ ਅਤੇ ਗੱਲ ਕਰੋ। ਗੱਲ ਇਹ ਹੈ ਵੀ ਇਕੱਲੇ ਗੱਲਾਂ ਨਾਲ ਸਾਰਦੇ, ਥੋੜ੍ਹਾ ਚਿਰ ਸਰੂਗਾ, ਬੜਾ ਚਿਰ ਨਹੀਂ ਸਰਦਾ ਜੀ। ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਗੱਲਾਂ ਨਾਲ ਸਾਰਦਾ, ਬਿਲਕੁਲ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਉਹਨਾਂ ਦੇ ਕਿਸੇ ਨੁਮਾਇੰਦੇ ਨੂੰ ਵੀ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜੋ ਮੁੱਦੇ ਤੁਸੀਂ ਉਠਾਏ ਆ ਉਹਨਾਂ ਨਾਲ ਵੀ ਅਸੀਂ ਇਹ ਸਵਾਲ ਬਿਲਕੁਲ ਕਰਾਂਗੇ। ਤੁਸੀਂ ਭਵਿੱਖ ਦੀ ਰਣਨੀਤੀ ਦੇ ਵਿੱਚ ਕਿਆਸ ਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ BJP ਦੇ ਨਾਲ ਜੇਕਰ ਅਕਾਲੀ ਦਲ ਸਮਝੌਤਾ ਕਰੇਗਾ ਤਾਂ ਹੋਂਦ ਬਚ ਸਕਦੀ ਹੈ। ਤੁਹਾਨੂੰ ਲੱਗਦਾ ਭਵਿੱਖ ਦੇ ਵਿੱਚ ਕੋਈ ਇੱਦਾਂ ਅਕਾਲੀ ਦਲ BJP ਦੇ ਨਾਲ ਸਮਝੌਤਾ ਵੀ ਕਰ ਸਕਦਾ ਅਤੇ ਭਵਿੱਖ ਦੀ ਕਿਆਸ ਰਾਈ ਜਿਹੜੀ ਲੋਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ? ਇਹ ਸਰ ਮੇਰੇ ਲੈਵਲ ਦਾ ਮੁੱਦਾ ਨਹੀਂ ਹੈ, ਪ੍ਰਧਾਨ ਸਾਹਿਬ ਦੇ ਸਮੁੱਚੀ ਕੋਰ ਕਮੇਟੀ ਦੇ ਲੈਵਲ ਦਾ ਮੁੱਦਾ ਹੈ। ਇਹ ਪ੍ਰਧਾਨ ਸਾਹਿਬ ਨੇ ਦੇਖਣਾ ਹੈ। ਸਾਨੂੰ ਤਾਂ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੋਊਗਾ, ਅਸੀਂ ਤਾਂ ਪ੍ਰਧਾਨ ਸਾਹਿਬ ਦੇ ਉਸ ਆਦੇਸ਼ 'ਤੇ ਅਟਾਲਾਂ, ਜੋ ਹੁਕਮ ਦੇਣਗੇ ਅਸੀਂ ਉਸ ਹੁਕਮ 'ਤੇ ਕਾਇਮ ਆ, ਉਸ ਹੁਕਮ 'ਤੇ ਚੱਲਾਂਗੇ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਾਂਗੇ। ਮੈਂ ਤਾਂ ਇਹ ਕਹਿ ਸਕਦਾ ਜੀ। ਅਤੇ ਆਪਣੇ
ਸਵਾਲਾਂ ਦੇ ਵਿੱਚੋਂ ਮੇਰੀ ਕੋਸ਼ਿਸ਼ ਰਹੀ ਕਿ ਤੁਹਾਨੂੰ ਤੁਹਾਡੇ ਰਾਜਨੀਤਿਕ ਪੱਖ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ ਤੁਹਾਡੇ ਨਾਲ ਸਵਾਲ ਕੀਤੇ ਆ। ਉਹਦੇ ਵਿੱਚੋਂ ਕੋਈ ਅਜਿਹਾ ਸਵਾਲ ਜਿਹੜਾ ਮੈਂ ਪੁੱਛਣੋਂ ਰਹਿ ਗਿਆ ਹੋਵਾਂ ਤੇ ਕੋਈ ਇਹੀ ਜਿਹੀ ਗੱਲ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਹ ਕੀ ਰਹੇਗੀ ਬਠਿੰਡਾ ਦੇ ਪੱਖ ਤੋਂ? ਮੈਂ ਤਾਂ ਜੀ ਇੱਕ ਵੱਡਾ ਸੁਨੇਹਾ ਤੁਹਾਡੇ ਦਰਸ਼ਕਾਂ ਨੂੰ, ਸਾਰੇ ਬਠਿੰਡੇ ਵਾਲੇ ਲੋਕਾਂ ਨੂੰ, ਪੰਜਾਬ ਵਾਲੇ ਲੋਕਾਂ ਨੂੰ ਇੱਕ ਦੇਣਾ ਚਾਹੁੰਦਾ ਕਿ ਇੱਕ 2 ਤੇ 2 4 ਵਾਲੀ ਗੱਲ ਹੈ ਵੀ ਜਿਹੜਾ ਸਾਡਾ ਘਰ ਹੈ, ਸਾਡੇ ਘਰ ਦੀ ਜਿੰਨੀ ਟੈਨਸ਼ਨ, ਜਿੰਨਾ ਉਸ ਦਾ ਸੋਚ ਘਰ ਦੇ ਮੁਖੀ ਨੂੰ ਹੋ ਸਕਦੀ ਹੈ, ਉਸ ਘਰ 'ਚ ਰਹਿਣ ਵਾਲੇ ਨੂੰ ਉਨੀ ਗਵਾਂਢੀ ਨੂੰ ਨਹੀਂ ਹੋ ਸਕਦੀ। ਇਸ ਗੱਲ ਨੂੰ ਪਹਿਚਾਨਣ ਦੀ ਲੋੜ ਹੈ। ਅਸੀਂ ਭਾਵੁਕ ਹੋ ਕੇ ਗੱਪਾਂ ਦੇ ਵਿੱਚ ਆ ਕੇ ਤੇ ਝੂਠੇ ਹੀ ਤਕੜੀ 'ਚ ਤੁਲ ਜਾਂਦੇ ਆ ਤੇ ਉਹ ਫਿਰ ਸਾਨੂੰ ਬਾਅਦ 'ਚ ਪਛਤਾਉਣਾ ਪੈਂਦਾ। 2 ਵਾਰੀ ਪੰਜਾਬ ਨਾਲ ਇਹ ਗੱਲ ਹੋ ਗਈ। ਮੈਨੂੰ ਲੱਗਦਾ ਪੰਜਾਬ 50 ਸਾਲ ਪਿੱਛੇ ਪੈ ਗਿਆ। ਅੱਜ ਜੇ ਸਾਰਾ ਤਿੰਨਾਂ ਪਾਰਟੀਆਂ ਦਾ ਸਾਰਾ ਡਿਵੈਲਪਮੈਂਟ ਦਾ ਕੰਮ ਇਕੱਲੀ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਤੋਲ ਲਓ ਤੇ ਮੇਰੇ ਖਿਆਲ ਪਾਸਮ ਵੀ ਨਹੀਂ ਆਉਂਦਾ। ਅੱਜ ਤੱਕ ਦਾ ਜਿੰਨਾ ਇੱਥੇ ਡਿਵੈਲਪਮੈਂਟ ਹੋਈ ਹੈ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਵੱਡੇ ਕੰਮ ਹੈ, ਜੇ ਗਿਣਾਉਣ ਲੱਗ ਜਾਈਏ ਤਾਂ ਮੈਂ ਕਹਿੰਦਾ ਦੂਜਾ ਦਿਨ ਚੜ੍ਹ ਜੂਗਾ। ਸਭ ਦੇ ਸਾਹਮਣੇ ਹੈ। ਸੋ ਬੇਨਤੀ ਇਹੀ ਹੈ ਵੀ ਖੇਤਰੀ ਪਾਰਟੀ ਜਿੰਨਾ ਚਿਰ ਤਕੜੀ ਰਹੂਗੀ ਉਹਨਾਂ ਚਿਰ ਕੋਈ ਵੀ ਸਟੇਟ ਹੈ ਉਹ ਸਟੇਟ ਬਚਿਆ ਰਹੂਗਾ। ਤਾਂ ਸੈਂਟਰ ਦੀਆਂ ਜੋ ਪਾਰਟੀਆਂ ਉਹਨਾਂ ਦੀਆਂ ਪਾਲਿਸੀਆਂ ਸੈਂਟਰ ਮੁਤਾਬਕ ਹੁੰਦੀਆਂ, ਖੇਤਰੀ ਪਾਰਟੀ ਦੀਆਂ ਆਪਦੇ ਖੇਤਰ ਮੁਤਾਬਕ ਹੁੰਦੀਆਂ। ਇਸ ਲਈ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਕਿ ਖੇਤਰੀ ਪਾਰਟੀਆਂ ਨੂੰ ਤਕੜਾ ਕਰੋ ਜੇ ਹਿੰਦੁਸਤਾਨ ਨੂੰ ਬਚਾਉਣਾ ਹੈ, ਜੇ ਪੰਜਾਬ ਨੂੰ ਬਚਾਉਣਾ ਹੈ। ਜੀ ਰਾਜਵਿੰਦਰ ਸਿੰਘ ਸਿੱਧੂ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਰੇਡੀਓ ਪੰਜਾਬ ਟੂਡੇ ਦੇ ਇਸ ਪ੍ਰੋਗਰਾਮ 7 ਪੰਜਾਬੀਆਂ ਦੇ ਨੂੰ ਦਿੱਤਾ। ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਇਹ ਸਨ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਾਜਵਿੰਦਰ ਸਿੰਘ ਜੀ ਸਿੱਧੂ। ਕੋਈ ਹੋਰ ਚਰਚਿਤ ਸਿਰਾ ਲੈ ਕੇ ਅਗਲੇ ਸ਼ਨੀਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਦਲਬੀਰ ਸਿੰਘ ਬਰਾੜ ਚਾਹੁੰਦਾ ਆ ਗਿਆ। ਰੱਬ ਰੱਖਾ। ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ